सोनिहाल ਕੇਸਰੀ ਵਿਰਾਸਤ ਵਿੱਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ 100ਵੀਂ ਵਰ੍ਹੇਗੰਢ ਜਿਹੜੀ ਮਨਾਉਣ ਜਾ ਰਿਹਾ, ਅਤੇ ਇਸ ਮੌਕੇ 'ਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਪੰਥ ਕੇਤਾਂ ਦਾ ਸਭ ਤੋਂ ਵੱਡਾ ਪਹਿਰੇਦਾਰ ਅਤੇ ਸਭ ਤੋਂ ਵੱਡਾ ਹਿਤੈਸ਼ੀ ਗਿਰਦਾਨਦਾਰ ਆ। ਅਤੇ ਇਸ ਮਾਮਲੇ ਉੱਤੇ ਵਿਚਾਰ ਕਰਨ ਲਈ ਕਿ ਕਿੰਨਾ ਕੁ ਹਿਤੈਸ਼ੀ ਹੈ ਅਤੇ ਕਿੰਨਾ ਕੁ ਉਹ ਪੰਥ ਦੇ ਲਈ ਲਾਹੇਵੰਦ ਸਾਬਤ ਹੋਇਆ, ਇਹਦੇ ਉੱਤੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਨੇ ਭਾਈ ਗੁਰਦਾਸ ਜੀ ਇੰਸਟੀਚਿਊਟ ਆਫ ਐਡਵਾਂਸ ਸਟੱਡੀ ਦੇ ਮੁਖੀ ਭਾਈ ਸਾਹਿਬ ਭਾਈ ਹਰਸਿਮਰਤ ਸਿੰਘ ਜੀ। ਤੁਹਾਡਾ ਸਭ ਤੋਂ ਪਹਿਲਾਂ ਹਾਰਦਿਕ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਸਰਦਾਰ ਜੀ ਆਪਾਂ ਗੱਲ ਕੀਤੀ ਹੈ ਕਿ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਜਿਹੜੇ 100 ਸਾਲ 'ਤੇ ਜਸ਼ਨ ਮਨਾਉਣੇ ਹੁਣ ਅਕਾਲੀ ਦਲ ਨੇ, ਤਾਂ ਤੁਹਾਨੂੰ ਕੀ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਸਥਾਪਿਤ ਕੀਤਾ ਗਿਆ, ਜੋ ਉਸ ਵੇਲੇ ਨਿਸ਼ਾਨੇ ਜਿਹੜੇ ਆ ਮਿੱਥੇ ਗਏ ਜਾਂ ਜਿਹੜੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਗਈਆਂ, ਉਹਨਾਂ ਦੇ ਉੱਤੇ 100 ਸਾਲਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਿੰਨਾ ਕੁ ਖਰਾ ਉਤਰਦਾ? ਦੇਖੋ, ਤੁਸੀਂ ਗੱਲ ਜਸ਼ਨ ਦੀ ਕੀਤੀ ਹੈ ਜੀ, ਤੇ ਜਸ਼ਨ ਵੇਲੇ ਤਾਂ ਜਕਾਰੇ ਛੱਡੀ ਜਾਂਦੇ ਨੇ ਜੀ, ਜਕਾਰੇ ਛੱਡੇ ਵੀ ਜਾਣਗੇ, ਬਿਲਕੁਲ ਜੀ, ਛੱਡੇ ਜਾਣਗੇ। ਪਰ ਮੈਂ ਜੋ ਪਿਛਲੇ 100 ਸਾਲ ਦਾ ਇਤਿਹਾਸ ਵੇਖਦਾ ਜੀ, ਜਿਹਦੇ 'ਚ ਕਿ ਮੁੱਖ ਤੌਰ 'ਤੇ 5 ਪੋਲੀਟੀਕਲ ਜਨਰੇਸ਼ਨਸ ਦਾ ਸਮਾਂ ਆਉਂਦਾ ਜੀ, ਜੀ, 2 ਪੋਲੀਟੀਕਲ ਜਨਰੇਸ਼ਨ 1920 ਤੋਂ 1950 ਤੱਕ, ਜੀ, ਤੇ 2-3 ਜਨਰੇਸ਼ਨ 1950 ਤੋਂ 2020 ਤੱਕ। ਅੱਛਾ ਜੀ। ਕਿਉਂਕਿ ਪੋਲੀਟੀਕਲ ਜਨਰੇਸ਼ਨ ਦਾ 20 ਸਾਲ ਦਾ ਸਮਾਂ ਹੁੰਦਾ ਜੀ। ਤੇ ਜਦੋਂ ਅਸੀਂ 100 ਸਾਲ ਦਾ ਐਨਾਲਿਸਿਸ ਕਰਨਾ ਨਾ, ਕਿਉਂਕਿ ਅਸੀਂ ਬੈਠੇ ਹਾਂ ਪੂਰੀ ਫੂੜੀ ਵਿਛਾ ਕੇ, ਦੱਸੋ ਕੀ ਖੱਟਿਆ ਤੇ ਕੀ ਗਵਾਇਆ। ਜੀ, ਬਿਲਕੁਲ ਜੀ, ਬਿਲਕੁਲ। ਜੋ ਤੁਸੀਂ ਜਸ਼ਨ ਦੀ ਗੱਲ ਕਰਦੇ ਹੋ, ਮੈਨੂੰ ਚੁੱਭੀ ਗੱਲ ਹੈ। ਅੱਛਾ, ਕਿਵੇਂ? ਕਿਉਂਕਿ ਜੋ ਮੈਂ ਇਤਿਹਾਸ ਵੇਖਦਾ ਨਾ ਜੀ, ਜੀ, ਇੱਕ ਤਾਂ ਜਿੱਤ ਦੇ ਜਕਾਰੇ ਹੁੰਦੇ ਨੇ, ਜਿੱਤ ਦੇ ਜਕਾਰੇ, ਜੀ, ਜੀ, ਇੱਕ ਹੁੰਦੇ ਹਾਰੇ ਹੋਏ ਜਕਾਰੇ। ਜੀ, ਇਹ 20 ਸਾਲ 100 ਸਾਲ ਬਾਅਦ 2020 'ਚ ਜਿਵੇਂ ਅਕਾਲੀ ਦਲ ਦਾ ਜੋ ਇਤਿਹਾਸ ਰਿਹਾ ਜਾਂ ਜਿੱਥੇ ਅਸੀਂ ਆ ਕੇ ਖੜੇ ਹੋਏ ਹਾਂ, ਜਿਸ ਦਿਸ਼ਾਹੀਣਤਾ ਔਰ ਜਿਸ ਕਾਰਜ ਏਜੰਡੇ ਦੀ ਵਿਹੂਣਤਾ ਦਾ ਸ਼ਿਕਾਰ ਹੈ ਅਕਾਲੀ ਰਾਜਨੀਤੀ, ਜਿਸ ਨੂੰ ਕਿ ਲਵਾਰਸ ਰਾਜਨੀਤੀ ਕਹਿ ਸਕਦੇ ਹਾਂ, ਜੀ, ਉਹਦੇ ਜੋ ਜਕਾਰੇ ਲੱਗਣਗੇ 15 ਦਸੰਬਰ ਨੂੰ, ਉਹ ਹਾਰੇ ਹੋਏ ਜਕਾਰੇ ਹੋਣਗੇ ਜੀ। ਜੀ, ਇੱਕ ਵੱਲੋਂ ਇਹ ਮੈਨੂੰ ਲੱਗਦਾ ਵੀ ਵਿਸ਼ਲੇਸ਼ਕਾਂ ਦੇ ਇਤਿਹਾਸ ਵਿੱਚ ਅੱਜ ਤੱਕ ਤੁਸੀਂ ਰਾਜਨੀਤੀ ਬਹੁਤ ਵਿਸ਼ਲੇਸ਼ਣ ਕੀਤੇ ਹੋਣਗੇ, ਜਦੋਂ ਅਸੀਂ ਪਰ ਇੱਕ ਨਵਾਂ ਚੀਜ਼ ਤੁਸੀਂ ਜਿਹੜੀ ਸੈਗਮੈਂਟ ਦੇ ਦਿੱਤਾ ਕਿ ਹਾਰੇ ਹੋਏ ਜਕਾਰੇ। ਹਾਰੇ ਹੋਏ ਜਕਾਰੇ, ਜੀ, ਉਹ ਕਿਵੇਂ? ਹਾਂ, ਉਹ ਦੱਸੋ। ਜਦੋਂ ਅਸੀਂ ਐਨਾਲਿਸਿਸ ਕਰਨਾ ਨਾ, ਗੁਰਬਾਣੀ ਜੀ ਆਉਂਦੇ ਕਿਹਾ ਤਾਂ ਖੱਟਿਆ ਕਹਾਂ ਗਵਾਇਆ, ਕਹਾਂ ਗਵਾਇਆ। ਜੀ, ਕਿਉਂਕਿ ਅਸੀਂ ਮੈਂ 1950 ਦਾ ਮੇਰਾ ਬਰਥ ਹੈ ਜੀ, ਮੈਂ 3 ਜਨਰੇਸ਼ਨ ਵੇਖੀਆਂ ਜੀ, ਪੰਥ ਦੀਆਂ। ਜੀ, 1970 ਦੇ ਵਿੱਚ ਅਕਾਲੀ ਸੂਬਾ ਪੰਜਾਬੀ ਸੂਬਾ ਬਣਿਆ, ਜੀ, ਅਕਾਲੀ ਦਲ ਦੀ ਮਦਦ ਨਾਲ ਬਣਿਆ, ਜੀ, ਜੀ, ਸੰਘਰਸ਼ ਲੜਿਆ ਗਿਆ, ਸਾਰਾ ਕੁਛ ਕੀਤਾ। ਲੇਕਿਨ ਮੇਰਾ ਇੱਕ ਸਵਾਲ ਹੈ ਜੀ ਕਿ ਜਦੋਂ ਅਸੀਂ ਐਨਾਲਿਸਿਸ ਕਰਨਾ ਨਾ, ਲੇਖਾ ਜੋਖਾ ਕਰਨਾ ਜੀ, ਤਾਂ ਅਸੀਂ ਇਹ ਵੇਖਣਾ ਹੁੰਦਾ ਹੈ, ਪੋਲੀਟੀਕਲ ਐਨਾਲਿਸਟ ਨੇ ਜੀ, ਕਿ ਤੁਸੀਂ ਇਸ ਸਮੇਂ ਦੌਰਾਨ ਕੀ ਪ੍ਰਾਪਤੀਆਂ ਕੀਤੀਆਂ, ਜੀ, ਪ੍ਰਾਪਤੀਆਂ ਕਰਦੇ ਕਰਦੇ ਕਿੱਥੇ ਮਿਸ ਹੋ ਗਏ, ਤੇ ਜੋ ਪ੍ਰਾਪਤੀਆਂ ਨਹੀਂ ਕੀਤੀਆਂ ਉਹ ਕਿਉਂ ਨਹੀਂ ਹੋਈਆਂ, ਅਤੇ ਸਾਡੇ ਬਰਾਬਰ ਦੀਆਂ ਜਿਹੜੀਆਂ ਕੌਮਾਂ ਦੁਨੀਆ ਦੇ ਵਿੱਚ ਜਾਂ ਇਸ ਜੀਓਪੋਲੀਟੀਕਲ ਰੀਜਨ ਦੇ ਵਿੱਚ ਆਜ਼ਾਦ ਹੋਈਆਂ, ਉਹਨਾਂ ਨੇ ਕੀ ਪ੍ਰਾਪਤੀ ਕੀਤੀ, ਬਿਲਕੁਲ ਜੀ, ਉਹਨਾਂ ਕਿੱਥੇ ਪਹੁੰਚੇ, ਤਾਂ ਤੇ ਪਤਾ ਲੱਗਿਆ ਨਾ ਗਵਾਂਢੀ ਨੇ ਕਿੰਨੀ ਤਰੱਕੀ ਕੀਤੀ ਤਾਂ ਮੈਂ ਕਿੰਨੀ। ਬੰਦਾ ਤਾਂ ਉਹੀ ਹੈ ਨਾ ਜੀ, ਬਿਲਕੁਲ ਜੀ। ਅਸੀਂ ਵੀ ਸੇਮਾ ਫਾਰਸਾ ਸਗੋਂ ਜ਼ਿਆਦਾ ਸਾਡੀ ਮਾਣ ਬਣਦਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਵਾਰਸ, ਬਿਲਕੁਲ ਜੀ, ਬਿਲਕੁਲ, ਹੈ ਨਾ। ਤਾਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਵਾਰਸਾਂ ਦਾ ਤਾਂ ਜਿਹੜਾ ਇਜ਼ਰਾਈਲ ਦੀ ਜਿਹੜੀ ਆਜ਼ਾਦੀ ਆਈ 1948 'ਚ ਆਈ ਹੈ ਜੀ, ਹਾਂ, ਭਾਵੇਂ ਪਿੱਛੇ 2000 ਸਾਲ ਦਾ ਸੰਘਰਸ਼ ਖੜਾ, ਲੇਕਿਨ ਆਜ਼ਾਦੀ 1948 'ਚ ਮਿਲੀ, ਠੀਕ ਹੈ ਜੀ। ਚਾਈਨੀਜ਼ ਰੈਵੋਲੂਸ਼ਨ 1948 'ਚ ਆਉਂਦਾ ਜੀ, ਠੀਕ ਹੈ ਨਾ। ਚਾਈਨਾ ਕਿੱਥੇ ਪਹੁੰਚੇ ਉਸੇ ਸਾਲ ਜੀ, ਨੇੜੇ ਤੇੜੇ ਮਤਲਬ ਹੋਇਆ। ਚਾਈਨਾ ਕਿੱਥੇ ਪਹੁੰਚਿਆ, ਇਜ਼ਰਾਈਲ ਕਿੱਥੇ ਪਹੁੰਚ ਗਿਆ ਹੈ, ਤੇ ਅਸੀਂ ਕਿੱਥੇ, ਤੇ ਇਵਨ ਜਿਹੜੀਆਂ ਮੁਸਲਿਮ ਕੰਟਰੀਜ਼ ਨੇ ਉਹ ਵੀ ਇਹਨਾਂ ਸਮੇਂ 'ਚ ਆਜ਼ਾਦ ਹੋਈ ਜੀ। ਸੋ ਮੇਰਾ ਕਹਿਣ ਦਾ ਭਾਵ ਕੀ ਹੈ ਕਿ ਜਿਹੜਾ ਸਾਡਾ 1920 'ਚ ਅਕਾਲੀ ਦਲ ਬਣਿਆ ਨਾ ਜੀ, ਜੀ, ਉਹ ਪੰਥ ਦੀ ਰਾਜਨੀਤੀ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਉਹਨਾਂ ਦੀ ਰੱਖਿਆ ਲਈ ਬਣਿਆ ਸੀ ਜੀ। ਇੱਕ ਤਾਂ ਉਹਦੀ ਰੱਖਿਆ, ਇੱਕ ਹੁੰਦੀ ਅੱਗੇ ਨਿਸ਼ਾਨੇ, ਜੀ, ਜੀ, ਰੱਖਿਆ ਫਿਰ ਵੀ ਡਿਫੈਂਸਿਵ ਅਪਰੋਚ ਹੈ, ਜੀ, ਜੀ, ਬਿਲਕੁਲ, ਅਸੀਂ ਆਪਣੀ ਰੱਖਿਆ ਕਰਨੀ, ਹਾਂ, ਬਿਲਕੁਲ। ਪਹਿਲੀ ਗੱਲ ਸਵਾਲ ਹੈ ਵੀ ਅਸੀਂ ਕਿੱਥੇ ਜਾਣਾ ਹੈ, ਜੀ, ਜੀ, ਜੀ। ਸੋ ਮੈਂ ਮਹਿਸੂਸ ਕਰਦਾ ਖਾਲਸਾ ਜੀ, ਜਦੋਂ 1920 ਤੋਂ 2020 ਆ ਗਿਆ ਨਾ ਜੀ, 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 ਤਾਂ ਜਦੋਂ ਅਸੀਂ ਸਮਝਦੇ ਹਾਂ ਕਿ ਅਕਾਲੀ ਰਾਜਨੀਤੀ ਦੀ ਜਿਹੜੀ ਦਿਸ਼ਾ ਸੀ ਨਾ ਜੀ, 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 ਉਹਦੇ ਵਿੱਚ ਕਿਤੇ ਨਾ ਕਿਤੇ ਗੜਬੜ ਹੋ ਗਈ 1920 'ਚ। ਅੱਛਾ, ਮਤਲਬ ਜਿਹੜਾ ਤੁਸੀਂ ਗੱਲ ਕਰਦੇ ਹੋ ਕਿ ਸਟਾਰਟਿੰਗ ਬਿੰਦੂ ਤੋਂ ਫਰਕ ਪੈ ਗਿਆ, ਦਿਸ਼ਾ ਦਾ ਬਿੰਦੂ ਤੋਂ ਫਰਕ ਪੈ ਗਿਆ ਜੀ। ਉਹ ਕੀ ਹੋਣਾ ਚਾਹੀਦਾ ਸੀ ਕਿ ਪੰਜਾਬ ਦੀ ਆਜ਼ਾਦੀ ਲਈ ਲੜਨਾ ਚਾਹੀਦਾ ਸੀ ਜੀ, ਅੱਛਾ, ਨਾ ਕਿ ਹਿੰਦੁਸਤਾਨ ਦੀ ਆਜ਼ਾਦੀ ਲਈ, ਜੀ, ਜੀ, ਜੀ। ਇਹ ਗੱਲ ਤੁਹਾਨੂੰ ਲੱਗ ਸਕਦੀ ਹੈ ਵੀ ਇਹ ਕਿਹੜੀ ਗੱਲ ਕਰ ਰਹੇ ਸੀ, ਜੀ, ਜੀ, ਲੇਕਿਨ ਸਵਾਲ ਇਹ ਹੈ ਕਿ ਪੰਜਾਬ ਜਦੋਂ ਅੰਗਰੇਜ਼ਾਂ ਦੇ ਅਧੀਨ ਜਾਂਦਾ ਹੈ ਨਾ ਜੀ, 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 ਉਦੋਂ ਇਹ ਵੱਖਰਾ ਯੂਨਿਟ ਹੈ, ਜੀ, ਨਾ ਕਿ ਹਿੰਦੁਸਤਾਨ ਦਾ ਯੂਨਿਟ ਹੈ, ਜੀ, 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 ਠੀਕ ਹੈ।
ਜਦੋਂ ਵੱਖਰਾ ਯੂਨਿਟ ਐਕਟ ਤਾਂ ਸਾਡੇ ਪਹਿਲਾਂ ਉਦੋਂ 1846 ਸਾਡੇ ਸਿੱਖਾਂ ਨੇ ਗਲਤੀਆਂ ਕਰਤੀਆਂ। ਅੱਛਾ ਜੀ। ਵੀ ਉਹਨਾਂ ਨੇ ਇਹ ਇੱਕ ਮੰਗ ਲੈਂਦੇ ਨੇ, ਜਿਵੇਂ ਫਰਾਂਸ ਹੋਇਆ ਸੀ। ਜੀ ਜੀ। ਫਰਾਂਸ ਦੇ ਵਿੱਚ ਜਦੋਂ ਫਰਾਂਸ ਦਾ ਜਿਹੜਾ ਯੂਨੀਫਿਕੇਸ਼ਨ ਹੋਇਆ ਸੀ ਤੇ ਜਦੋਂ ਉਦੋਂ ਬਾਅਦ ਖਰਾਬ ਹੋਏਗੀ ਤਾਂ ਉਹਨਾਂ ਨੇ ਫਰਾਂਸ ਬਚਾ ਲਿਆ, ਬਾਕੀ ਸਟੇਟਾਂ ਚਲੇ ਗਈਆਂ। ਸਾਨੂੰ ਪੰਜਾਬ ਬਚਾ ਲੈਣਾ ਚਾਹੀਦਾ ਸੀ ਜੀ। ਉਹ ਕਿਸ ਤਰ੍ਹਾਂ ਬਚਣਾ ਸੀ ਪੰਜਾਬ, ਥੋੜਾ ਐਕਸਪਲੇਨ ਕਰੋ ਸਾਡੇ ਦਰਸ਼ਕਾਂ ਨੂੰ। ਕਿ ਇਹ ਪੰਜਾਬ ਉਦੋਂ ਜੀ ਇਹਦਾ ਜਿਹੜਾ ਐਡਮਿਨਿਸਟ੍ਰੇਟਿਵ ਤੇ ਪ੍ਰੋਵਿੰਸ਼ੀਅਲ ਯੂਨਿਟ ਹੈ ਨਾ ਜੀ, ਉਹ ਹਿੰਦੁਸਤਾਨ ਨਾਲ ਜਾਣਾ ਰਲਦਾ। ਅੰਗਰੇਜ਼ ਵੱਖਰਾ ਇੰਡੀਪੈਂਡੈਂਟ ਦਾ ਐਡਮਿਨਿਸਟ੍ਰੇਸ਼ਨ ਕਰਦੇ, ਇਹ ਛੱਤ ਰੱਖੀ ਜਾਣੀ ਚਾਹੀਦੀ ਸੀ। ਜੀ ਜੀ। ਪਹਿਲਾਂ ਤਾਂ ਨਾ ਦਲੀਪ ਸਿੰਘ ਨੇ ਸਾਡੇ ਵਾਲੇ ਕੀਤਾ, 1954 ਚੱਲੇ ਗਏ ਜੀ। ਦੈਟ ਮੀਨਸ ਕਿ ਸਾਰੇ ਸਟਰਗਲ ਦੇ ਵਿੱਚ ਜਿਹੜੀ ਗੁਰਦੁਆਰਾ ਸੁਧਾਰ ਲਹਿਰ, ਸਿੰਘ ਸਭਾ ਲਹਿਰ, ਇਹ ਅਸੀਂ ਬਿਲਕੁਲ ਸ਼ੁਰੂ 'ਚੋਂ ਜਿਸ ਤਰ੍ਹਾਂ ਈਸਾਈਆਂ ਨੇ, ਹਿੰਦੂਆਂ ਨੇ, ਮੁਸਲਮਾਨ ਮਿਸ਼ਰੀਆਂ ਨੇ ਸਾਡੇ ਵਿੱਚ ਪ੍ਰੋਬਲਮ ਖੜੀਆਂ ਕਰ ਦਿੱਤੀਆਂ, ਉਹਨੂੰ ਬਚਾਉਣ 'ਚ ਅਸੀਂ ਨਿਕਲੇ, ਸਫਲ ਹੋ ਗਏ। ਅਕਾਲੀ ਦਲ ਦੀ ਹੋਂਦ ਹੋਈ, ਲੇਕਿਨ ਮੈਂ ਮਹਿਸੂਸ ਕਰਦਾ ਖਾਲਸਾ ਜੀ ਕਿ ਜਦੋਂ ਅੱਜ 2020 'ਚ ਐਨਾਲਿਸਿਸ ਕਰਨਾ ਹੈ ਤਾਂ ਸਾਡੇ ਵਾਸਤੇ ਦੇਖਣਾ ਚਾਹੀਦਾ ਕਿ 1920 ਦੇ ਵਿੱਚ ਸਾਡਾ ਜਿਹੜਾ ਸੰਘਰਸ਼ ਸੀ ਜੀ, ਉਹ ਅੰਗਰੇਜ਼ਾਂ ਦੇ ਖਿਲਾਫ ਰਹਿਣਾ ਚਾਹੀਦਾ ਸੀ, ਲੇਕਿਨ ਇੰਡੀਪੈਂਡੈਂਸ ਜਿਹੜੀ ਹੈ ਜੀ ਨਾ, ਉਹ ਵੱਖਰਾ ਸਰੂਪ ਬਣਨਾ ਚਾਹੀਦਾ ਸੀ। ਅੱਛਾ, ਇਹਨੂੰ ਆਪਾਂ ਦੋ ਪਾਰਟਾਂ 'ਚ ਆਪਾਂ ਵੰਡ ਲਈਏ। ਇੱਕ ਜਿਵੇਂ ਤੁਸੀਂ ਪਹਿਲੇ ਗੱਲ ਕੀਤੀ ਕਿ ਪਹਿਲਾਂ ਪੰਥ ਦੀ ਰੱਖਿਆ ਵਾਸਤੇ, ਪਹਿਲਾਂ ਆਪਾਂ ਇਹ ਦੇਖ ਲਈਏ ਵੀ ਪੰਥ ਦੀ ਰੱਖਿਆ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਿੰਨਾ ਕੁ ਸਫਲ ਹੋਇਆ ਤੇ ਕਿੰਨਾ ਕੁ ਅਸਫਲ ਹੋਇਆ, ਇਹਦੇ ਉੱਤੇ ਪੰਥ ਦੀ ਰੱਖਿਆ ਜਿਹੜੀ ਗੱਲ ਹੈ ਨਾ ਜੀ, ਉਹ ਇਹ ਹੈ ਕਿ ਜਦੋਂ ਅਸੀਂ ਰਾਜਨੀਤਿਕ ਤੌਰ 'ਤੇ ਸਰਗਰਮ ਹੋਣਾ ਹੈ ਨਾ ਜੀ, ਰਾਜਨੀਤਿਕ ਤੌਰ 'ਤੇ ਪ੍ਰਾਪਤੀਆਂ ਲਈ ਜਾਣਾ ਹੈ, ਤਾਂ ਸਾਡੇ ਕੋਲ ਸਭ ਤੋਂ ਪਹਿਲਾਂ ਵਿਚਾਰਧਾਰਕ ਪਰਪੱਕਤਾ ਚਾਹੀਦੀ ਹੁੰਦੀ। ਠੀਕ ਹੈ ਜੀ, ਬਿਲਕੁਲ। ਵਿਚਾਰਧਾਰਕ ਸਪਸ਼ਟਤਾ ਚਾਹੀਦੀ ਜੀ, ਵਿਚਾਰਧਾਰਕ ਪ੍ਰਤੀਬੱਧਤਾ ਚਾਹੀਦੀ ਹੈ, ਨਿਸ਼ਾਨਾ ਕਲੀਅਰ ਹੋਣਾ ਚਾਹੀਦਾ, ਨਿਸ਼ਾਨਾ ਕਲੀਅਰ ਕਿੱਥੇ ਹੈ। ਇਸੇ ਕਰਕੇ ਮੈਂ ਕਹਿਣਾ ਕਿ ਸਾਡੀ ਅੱਜ ਦੀ ਰਾਜਨੀਤੀ ਪਿਛਲੇ 100 ਸਾਲ ਵਾਂਗ ਹੀ ਦਿਸ਼ਾਹੀਣ ਹੈ। ਅੱਛਾ। ਏਜੰਡਾ ਰਹਿਤ ਹੈ ਜੀ, ਤੇ ਡਾਵਾਡੋਲ ਹੈ। ਅੱਛਾ ਜੀ। ਉਹਦੇ ਵਿੱਚ ਤੁਸੀਂ ਇਸ ਨੂੰ ਜੇ ਹੁਣ ਐਨਾਲਿਸਿਸ ਕਰਨਾ ਹੀ ਹੈ ਨਾ ਜੀ, ਬਿਲਕੁਲ, ਤਾਂ ਅਸੀਂ 1970 ਦਾ ਲੈ ਲਈਏ ਜੀ। 1920 ਤੋਂ 70 ਤੱਕ ਦਾ ਇੱਕ ਬਣਦਾ ਹੈ ਜੀ, ਤੇ 1970 ਤੋਂ 2020 ਤੱਕ ਜੀ, ਮਤਲਬ ਇੱਕ ਪੰਜਾਬੀ ਸੂਬੇ ਤੋਂ ਪਹਿਲਾਂ ਦਾ ਇਸ ਤਰ੍ਹਾਂ ਦੇਖ ਰਹੇ ਹਾਂ। ਇੱਕ ਪੰਜਾਬੀ ਸੂਬੇ ਦੀ ਜਿਹੜੀ ਸਟਰਗਲ ਹੈ ਨਾ ਜੀ, ਉਹ ਪੂਰੀ ਹੋ ਗਈ। ਠੀਕ ਹੈ ਜੀ। ਜਿਹੜੀ ਸਾਡੀ, ਕਿਉਂਕਿ ਉਹਦੇ ਤੇ ਸਾਨੂੰ ਜ਼ਿਆਦਾ ਸਮਾਂ ਲਗਾਉਣ ਦੀ ਲੋੜ ਨਹੀਂ। ਕਿਉਂ? ਕਿਉਂਕਿ ਸਾਡੀ ਪ੍ਰਾਪਤੀ ਆ, ਭਾਵੇਂ ਅਧੂਰੀ ਪ੍ਰਾਪਤੀ ਹੈ। ਠੀਕ ਹੈ ਜੀ। ਕਿਉਂਕਿ ਪੰਥ ਨੇ 1920 ਤੋਂ ਬਾਅਦ 1947 'ਚ ਮਿਸ ਕਰ ਗਈ ਆਪਣੀ ਪ੍ਰਾਪਤੀ, ਤੇ 1966 ਦੇ ਵਿੱਚ ਜਿਹੇ ਜਿਹਾ ਵੀ ਟਰੰਕੇਟਡ ਸਾਨੂੰ ਪੰਜਾਬੀ ਸੂਬਾ ਮਿਲਿਆ, ਮਿਲਦਾ ਗਿਆ ਨਾ, ਅਸੀਂ ਸਿੱਖ ਬਹੁ ਗਿਣਤੀ ਏਰੀਆ ਤਾਂ ਬਣ ਗਏ ਨਾ, ਕਿਉਂਕਿ 88 ਹਲਕੇ ਸਾਡੇ ਪੰਜਾਬ ਦੇ 117 'ਚ ਸਿੱਖ ਹਲਕੇ ਬਹੁ ਗਿਣਤੀ ਨੇ। ਸਾਡਾ ਇਸ ਪੰਜਾਬ ਦੇ ਵਿੱਚ ਰਾਜ ਕਰਨ ਦਾ ਅਧਿਕਾਰ ਬਣ ਗਿਆ ਅੰਡਰ ਦਿਸ ਕਨਸਟੀਟਿਊਸ਼ਨ। ਠੀਕ ਹੈ, ਇੱਕ ਗੱਲ। ਪਰ ਜਦੋਂ ਇਹਦੀ ਟ੍ਰਾਂਸੀਸ਼ਨ ਜਿਹੜੀ ਹੈ ਨਾ, ਜਿਹਨੂੰ ਪ੍ਰੋਪਾਂਤਨ ਕਹਿੰਦੇ ਆ, ਬਦਲਾਓ, ਉਹ ਸੰਘਰਸ਼ ਦੀ ਰਾਜਨੀਤੀ ਤੋਂ ਸੱਤਾ ਦੀ ਰਾਜਨੀਤੀ ਚਾਹੁੰਦਾ ਨਾ ਜੀ ਅਕਾਲੀ ਦਲ, ਜੇ ਸਾਡੀ ਸਮੁੱਚੀ ਰਾਜਨੀਤੀ, ਉੱਥੇ ਅਸੀਂ ਮਿਸ ਕਰ ਗਏ ਜੀ। ਅੱਛਾ, ਮਿਸੇ ਕਰ ਗਏ ਕਿ ਜਿਹੜੀ ਸੱਤਾ, ਦੋ ਗੱਲਾਂ ਹੁੰਦੀਆਂ ਨੇ ਜੀ, ਇੱਕ ਸੱਤਾ ਲਈ, ਇੱਕ ਸੱਤਾ ਵਿਚਾਰਧਾਰਕ ਫੈਲਾਉਣ ਲਈ। ਜੀ ਜੀ, ਬਿਲਕੁਲ ਜੀ ਜੀ। ਸਾਡੀ ਜਿਹੜੀ ਪ੍ਰੋਬਲਮ ਸੀ ਨਾ ਜੀ, ਉਹ ਪ੍ਰੋਬਲਮ ਇਹ ਆ ਗਈ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ 70 'ਚ ਬਣਦੇ ਨਾ ਜੀ, ਇਹ ਸੱਤਾ ਵਿੱਚ ਲੜਨ ਲਈ ਉਹਨਾਂ ਨੇ ਕੌਮ ਨੂੰ ਤਿਆਰ ਕੀਤਾ ਜੀ, ਵੀ ਸੱਤਾ ਜਾਣਾ ਸਿਰਫ ਅਸੀਂ। ਜੀ ਜੀ ਜੀ। ਮਤਲਬ ਜਿਹੜਾ ਸੱਤਾ ਨੂੰ ਪੰਜਾਬੀ ਦੇਖੋ, ਦੂਜੀ ਗੱਲ ਮੈਂ ਪਹਿਲਾਂ ਵਿਚਾਰਧਾਰਕ ਪ੍ਰਗਟਤਾ ਦੀ ਗੱਲ ਕਰਦਾ ਨਾ ਜੀ, ਤਾਂ ਮਤਲਬ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਧਰਮ ਹੈ ਜੀ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਫਿਲਾਸਫੀ ਹੈ ਜੀ, ਸਾਡਾ ਧਰਮ ਸਿੱਖ ਧਰਮ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਦੀ, ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਦੇ ਆਧਾਰ ਤੇ ਸਿੱਖ ਵਿਚਾਰਧਾਰਾ ਤੇ ਇੱਕ ਫਿਲਾਸਫੀ ਹੁੰਦੀ ਹੈ ਜੀ ਜੀ ਜੀ, ਇੱਕ ਆਈਡੀਓਲੋਜੀ ਹੁੰਦੀ ਹੈ। ਹਾਂਜੀ ਹਾਂਜੀ। ਫਿਲਾਸਫੀ, ਧਰਮ, ਥਿਓਲੋਜੀ ਜੀ, ਆਈਡੀਓਲੋਜੀ ਜੀ, ਤੇ ਉਹਦੀ ਅੱਗੇ ਕਰਮਸ਼ੀਲਤਾ ਜੀ, ਇਹ ਸਾਰੇ ਇੱਕ ਕਲੀਰੀ ਜੀ ਜੀ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਚਾਰਧਾਰਾ ਨਾ ਜੀ, ਆਈਡੀਓਲੋਜੀ ਕਹਿਣਾ, ਉਹ ਉਸ ਦੇ ਆਧਾਰ ਤੇ ਸਾਡਾ ਰਾਜ ਬਣਨਾ ਚਾਹੀਦਾ ਸੀ। ਜੀ ਜੀ ਜੀ। ਜਾਂ ਜਿਹੜਾ ਰਾਜ ਕਰਨ ਦਾ ਸਾਡਾ ਪੈਟਰਨ ਹੈ ਨਾ 1970 'ਚ ਬਣਿਆ, ਉਹਦੇ 'ਚ ਸਾਡੀਆਂ ਜਿਹੜੀ ਤਰਜੀਹਾਂ ਨੇ ਉਹ ਸਪਸ਼ਟ ਇਹ ਹੋਣੀਆਂ ਚਾਹੀਦੀਆਂ ਸੀਗੀਆਂ ਕਿ ਖਾਲਸਾ ਜੀ ਅਸੀਂ ਰਾਜ ਪ੍ਰਾਪਤ ਕਰ ਲਿਆ। ਹੁਣ ਅਸੀਂ 5 ਸਾਲ ਲਈ ਚਾਹਵੇਂ, ਇੱਕ ਤਾਂ ਚਲੋ ਕੇਂਦਰ ਸਰਕਾਰ ਦੀ ਨੀਤੀਆਂ ਵੀ ਉਦੋਂ ਮਾੜੀਆਂ ਸੀ ਜੀ, ਵੀ ਇਹ ਕਿਉਂਕਿ ਫੈਡਰਲ ਸਟਰਕਚਰ ਨੂੰ ਢਾਹ ਲਾ ਰਹੀ ਸੀ ਕੇਂਦਰ ਸਰਕਾਰ ਜੀ, ਤੇ ਝੱਟ ਗਵਰਨਰੀ ਰਾਜ ਲਗਾ ਦਿੰਦੇ ਸੀਗੇ। ਗੱਲ 2-3 ਵਾਰ ਇਸ ਤਰ੍ਹਾਂ ਹੋਇਆ ਜੀ ਜੀ। ਪਰ ਸਾਡੀ ਜਿਹੜੀ ਸਿੱਖ ਨੌਜਵਾਨਾਂ ਨੂੰ, ਸਿੱਖ ਵਿਦਵਾਨਾਂ ਨੂੰ, ਸਿੱਖ ਆਮ ਜਨਮਾਨਸ ਨੂੰ ਇਹ ਅਹਿਸਾਸ ਨਹੀਂ ਗਿਆ ਕਿ ਇਹ ਰਾਜ ਜਿਹੜਾ ਸਾਡਾ, ਇਹ ਸਾਡਾ ਸਿੱਖ ਵਿਚਾਰਧਾਰਾ ਦੇ ਆਧਾਰਿਤ ਅਸੀਂ ਆਪਣਾ ਇੱਕ ਰਾਜਸੀ ਮਾਡਲ ਖੜਾ ਕਰਨਾ ਹੈ ਜੀ ਜੀ। ਇੱਕ ਤਾਂ ਇਹ ਗੱਲ ਅਕਾਲੀ ਰਾਜਨੀਤੀ ਜਦੋਂ 1970 ਦੇ ਵਿੱਚ ਅਖੁੜ ਗਈ ਨਾ ਜੀ, ਤਾਂ ਉਸ ਵਿੱਚ ਮੈਂ ਸਮਝਦਾ ਕਿ ਇਹ ਵਰਤਮਾਨ ਤੱਕ ਉਸ ਤਰ੍ਹਾਂ ਚੱਲੀ ਆ ਰਹੀ। 1970 ਤੋਂ 2020 ਤੱਕ ਤਕਰੀਬਨ 18-19 ਸਾਲ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਰਹਿੰਦਾ ਜੀ,
3 ਸਾਲ ਤੋਂ 2.5 ਸਾਲ ਬਰਨਾਲਾ ਸਾਹਿਬ ਦਾ, ਬਾਕੀ ਗੁਰਨਾਮ ਸਿੰਘ ਹੋਰਾਂ ਦਾ, ਲਛਮਣ ਸਿੰਘ ਗਿੱਲ ਦਾ, ਕੁੱਲ ਮਿਲਾ ਕੇ 23-24 ਸਾਲ ਜਿਹੜਾ ਸਾਡਾ ਇਹ ਰਾਜ ਸਾਡਾ ਅਕਾਲੀ ਰਾਜਨੀਤੀ ਰਹਿੰਦਾ ਜੀ। ਹੁਣ ਅਕਾਲੀ ਰਾਜਨੀਤੀ ਜਿਹੜੀ ਹੈ ਨਾ ਜੀ, ਉਸ ਨੇ ਸਾਡਾ ਜਿਹੜਾ ਫੇਸ ਬਣਨਾ ਸੀ ਨਾ ਰਾਜ ਪ੍ਰਾਪਤੀਆਂ ਦਾ ਜੀ, ਕਿਉਂਕਿ ਰਾਜਨੀਤੀ ਦੇ ਵਿੱਚ ਦੇਖੋ ਤਾਕਤ ਆ ਜਾਂਦੀ ਹੈ, ਤੁਹਾਡੇ ਸਟੇਟ ਦੇ ਸਾਰੇ ਸੋਰਸਿਸ ਆ ਜਾਂਦੇ ਜੀ, ਕਾਨੂੰਨ ਬਣਾਉਣ ਦੀ ਸ਼ਕਤੀ ਆ ਜਾਂਦੀ ਹੈ, ਕਾਨੂੰਨਾਂ ਨੂੰ ਲਾਗੂ ਕਰਨ ਦੀ ਸ਼ਕਤੀ ਆ ਜਾਂਦੀ ਹੈ, ਤੇ ਸਾਰਾ ਇਨਫਰਾਸਟ੍ਰਕਚਰ ਖੜਾ ਕਰਨ ਦੀ ਸ਼ਕਤੀ ਆ ਜਾਂਦੀ ਹੈ। ਸੋ ਇਹਦੇ ਵਾਸਤੇ ਮੈਂ ਸਮਝਦਾ ਕਿ ਜਿਹੜਾ ਸਾਨੂੰ ਪੰਜਾਬ ਦਾ ਆਪਣਾ ਜਿਹੜਾ ਵਿਕਾਸ ਮਾਡਲ ਹੈ ਨਾ ਜੀ, ਨਾਟ ਓਨਲੀ ਇਕਨੋਮਿਕ, ਇਹਦੇ 'ਚ ਮੈਂ ਸਿਰਫ ਵਿਕਾਸ ਮਾਡਲ ਤੇ ਇੱਕ ਬੇਸਿਕ ਟਰਮ ਹੈ ਨਾ, ਇਹਦੇ ਵਿੱਚ ਸਾਡੀ ਐਜੂਕੇਸ਼ਨ ਪੋਲਿਸੀ ਆ ਜਾਂਦੀ ਹੈ, ਕਿਉਂਕਿ ਅੰਡਰ ਦਾ ਕਨਸਟੀਟਿਊਸ਼ਨ ਇਹ 4-5 ਚੀਜ਼ਾਂ ਦੇ ਵਿੱਚ ਸਟੇਟ ਜਿਹੜੀ ਇੰਡੀਪੈਂਡੈਂਟ ਹੈ, ਜਿਹੜੀ ਸਾਡੀ ਸਟੇਟ ਲਿਸਟ ਹੈ। ਇੱਕ ਐਜੂਕੇਸ਼ਨ ਸਿਸਟਮ ਖੜਾ ਕਰਨਾ, ਦੂਸਰਾ ਇਕਨੋਮਿਕ ਮਾਡਲ ਖੜਾ ਕਰਨਾ, ਐਗਰੀਕਲਚਰ ਮਾਡਲ, ਵਪਾਰ, ਇਨਫਰਾਸਟ੍ਰਕਚਰ, ਹੈਲਥ ਸਰਵਿਸਿਜ਼ ਤੇ ਸਟੇਟ ਦੇ ਹੋਰ ਸਾਰੇ ਮਤਲਬ ਵਿਕਾਸ ਦੇ ਵਿੱਚ ਸਮੁੱਚਾ ਵਿਕਾਸ ਤੇ ਤੁਹਾਨੂੰ ਕੀ ਲੱਗਦਾ ਜਿਹੜੀ ਅਕਾਲੀ ਰਾਜਨੀਤੀ ਹੈ ਉਹ ਸਿਰਫ ਸੱਤਾ ਤੱਕ ਸੀਮਿਤ ਰਹਿ ਗਈ? ਫਿਰ ਉਹ ਜਿਹੜਾ ਆਪਾਂ ਕਹਿੰਦੇ ਕਿ ਉਹ ਜਦੋਂ ਪਾਵਰ ਆਉਂਦੀ, ਸ਼ਕਤੀ ਆਉਂਦੀ ਹੈ, ਤੇ ਨਾਲ ਕਈ ਵਾਰੀ ਉਸ ਪਾਵਰ ਦੇ ਨਾਲ ਜਿਹੜੇ ਆ ਉਹ ਪਾਵਰ ਦੇ ਨਾਲ ਨਸ਼ਾ ਵੀ ਆਉਂਦਾ, ਪ੍ਰੋਬਲਮ ਵੀ ਆ ਜਾਂਦੀਆਂ ਨੇ, ਕਰਪਸ਼ਨ ਵੀ ਆ ਜਾਂਦਾ, ਉਦਾਹਰਨ ਵੀ ਹੈ ਕਿ ਪਾਵਰ ਬ੍ਰਿੰਗਸ ਕਰਪਸ਼ਨ। ਪਰ ਅਸੀਂ ਤਾਂ ਵੱਖਰੇ ਲੋਕ ਆ ਯਾਰ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਤੇ ਦਮ ਭਰਨ ਵਾਲੀ ਸਾਡੇ ਅਕਾਲੀ ਨੇ, ਪੰਥ ਹੀ ਹੈ ਨਾ ਜੀ। ਮਤਲਬ ਤੁਹਾਨੂੰ ਲੱਗਦਾ ਸਾਡੇ ਜਿਹੜੇ ਆਗੂ ਸੀਗੇ ਉਹਨਾਂ 'ਚ ਇਹੋ ਜਿਹੀਆਂ ਕਮਜ਼ੋਰੀਆਂ ਨਹੀਂ ਸੀ ਹੋਣੀਆਂ ਚਾਹੀਦੀਆਂ ਜਿਹੜੀਆਂ ਕਿ ਆਮ ਲੋਕਾਂ ਦੇ ਵਿੱਚ ਪਾਈਆਂ ਜਾਂਦੀਆਂ? ਕਮਜ਼ੋਰੀ ਹੋਣਾ ਹੋਰ ਗੱਲ ਹੈ, ਸਿੱਧੂ ਸਾਹਿਬ ਗੱਲ ਧਿਆਨ ਰੱਖਣਾ ਜੀ, ਕਮਜ਼ੋਰ ਹੋਣਾ ਨਹੀਂ ਹੈ। ਜੇ ਕਮਜ਼ੋਰ ਨਾ ਹੋਈ ਸਾਡੀ ਸੱਤਾ ਕਿਵੇਂ ਆਵੇ? ਦੇਖੋ ਨਾ, ਅਸੀਂ ਸੱਤਾ 'ਚ ਕਾਂਗਰਸ ਖਿਲਾਫ ਲੜੇ, ਸੰਘਰਸ਼ ਵੀ ਲੜਿਆ, ਚਾਹੇ 84 ਦਾ ਹੈ, ਚਾਹੇ ਧਰਮਯੁੱਧ ਮੋਰਚਾ ਹੈ, ਚਾਹੇ ਗੁਰਚਰਨ ਸਿੰਘ ਲੌਂਗੋਵਾਲ ਦਾ ਹੈ, ਚਾਹੇ ਜਗਦੇਵ ਸਿੰਘ ਤਲਵੰਡੀ ਹੈ, ਚਾਹੇ ਸਤਿਨਾਰਾਇਣ ਸਿੰਘ ਭਿੰਡਰਾਂਵਾਲੇ ਹੈ, ਚਾਹੇ ਹੋਰ ਸਾਰੀ ਪੰਥਕ ਕਮੇਟੀਆਂ, ਇਹ ਸਾਡੀ ਕਮਜ਼ੋਰੀ ਨਹੀਂ ਹੈ, ਸਾਡੀ ਇਹ ਦ੍ਰਿੜਤਾ ਹੈ ਕਿ ਅਸੀਂ ਸਟੇਟ ਦੇ ਵਿਰੁੱਧ ਲੜੇ, ਆਪਣੇ ਅਧਿਕਾਰਾਂ ਲਈ ਲੜੇ, ਇਹ ਅਧਿਕਾਰ ਕੁਛ ਬਣੇ। ਪਰ ਸਵਾਲ ਇਹ ਹੁੰਦਾ ਹੈ ਕਿ ਜੋ ਰਾਜਨੀਤਿਕ ਜਿਨ੍ਹਾਂ ਨੇ ਸਾਡੀ ਕੌਮ ਦਾ ਅਗਵਾਈ ਦਾ ਅਧਿਕਾਰ ਮਿਲ ਜਾਂਦਾ ਹੈ, ਉਹ ਆਪਣੇ ਆਪਣੇ ਅਕੀਦਿਆਂ 'ਤੇ ਕਿੰਨਾ ਖਰੇ ਉਤਰੇ ਜੀ। ਜੇ ਮੈਂ ਤੁਹਾਨੂੰ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਉਦਾਹਰਨ ਦਿੰਦਾ, ਉਦੋਂ ਬੜੀ ਵੱਡੀ ਡਿਸਕਸ਼ਨ ਚੱਲੀ ਕਿ ਭਾਈ ਹੁਣ ਪੰਜਾਬੀ ਸੂਬਾ ਤਾਂ ਲੈ ਲਿਆ ਸੀ, ਹੁਣ ਅੱਗੇ ਕੀ ਕਰੀਏ, ਕੋਈ ਰਾਜਨੀਤਿਕ ਪ੍ਰਬੰਧ ਚਾਹੀਦਾ ਹੈ ਨਾ ਜੀ। ਸੰਤ ਫਤਿਹ ਸਿੰਘ ਦੇ ਵੇਲੇ ਬਟਾਲਾ ਕਾਨਫਰੰਸ ਹੋਈ ਜੀ, ਉੱਥੇ ਉਹਦੇ 'ਚ ਇੱਕ ਮਤਾ ਪਾਸ ਕੀਤਾ ਕਿ ਇਸ ਰਾਜਾਂ ਨੂੰ ਵਧੇਰੇ ਅਧਿਕਾਰ ਦਿੱਤੇ ਜਾਣ, ਠੀਕ ਹੈ, ਵਧੇਰੇ ਮਿਲਣੇ ਚਾਹੀਦੇ ਨੇ, ਸੈਕਟਰਾਂ ਦੇ ਅਧਿਕਾਰ ਘੱਟ ਨੇ। ਉਸ ਨੂੰ ਮੁੱਖ ਰੱਖਦੇ ਅਨੰਦਪੁਰ ਸਾਹਿਬ ਦਾ ਮਤਾ 1973 'ਚ ਪਾਸ ਕੀਤਾ ਗਿਆ ਜੀ, ਬਿਲਕੁਲ। ਅੱਜ ਜਦੋਂ 2020 ਦੇ ਜੋ ਹਾਲਾਤ ਬਣੇ ਨੇ, ਤਾਂ ਮੇਰਾ ਇੱਕ ਸਵਾਲ ਹੈ ਅਕਾਲੀ ਰਾਜਨੀਤੀ ਦੇ ਸਲਾਹਕਾਰਾਂ ਨੂੰ ਜੀ, ਜਿਹੜੇ ਅੱਜ ਇਹਨਾਂ ਦੇ ਸਲਾਹਕਾਰ ਕਿੱਥੇ ਲਿਜਾਣਾ ਅਕਾਲੀ ਰਾਜਨੀਤੀ ਨੂੰ, ਵੀ ਅੱਜ ਦਾ ਅਨੰਦਪੁਰ ਸਾਹਿਬ ਮਤਾ ਕਿੱਥੇ ਹੈ ਜੀ? ਕੀ ਅਨੰਦਪੁਰ ਸਾਹਿਬ ਦੇ ਮਤੇ 'ਚ ਜੋ ਗੱਲਾਂ ਕੀਤੀਆਂ ਗਈਆਂ ਨੇ ਉਹ ਬੜਾ ਵਧੀਆ ਆਈਡੀਅਲ ਮਤਾ ਜੀ, ਉਹਦੇ ਵਿੱਚ ਉਹ ਕੀ ਪੂਰਾ ਹੋ ਗਿਆ ਸਾਰਾ ਕੁਝ? ਇਹ ਵਿਚਾਰ ਕੀ ਪੂਰਾ ਹੋ ਗਿਆ? ਕੀ ਉਹਦੇ ਬਾਰੇ ਕੌਮ ਨੂੰ ਕੌਨਸ਼ੀਅਸ ਕੀਤਾ ਗਿਆ, ਸੁਚੇਤ ਕੀਤਾ ਗਿਆ ਜੀ, ਐਜੂਕੇਟ ਕੀਤਾ ਗਿਆ, ਜਾਓ ਚੀਜ਼ ਤੇ ਪਹਿਰਾ ਦਿੱਤਾ ਗਿਆ ਕਿ ਨਹੀਂ, ਜਾਂ ਤੁਸੀਂ ਉਹਨੂੰ ਵਿਜ਼ਨ ਰੱਖਿਆ ਵੀ ਹੈ ਕਿ ਨਹੀਂ ਹੈਗਾ? ਬਿਲਕੁਲ ਗੱਲ ਤਾਂ ਇਹ ਹੁੰਦੀ ਨਾ ਵੀ ਜੇ ਤੁਸੀਂ ਉਸਨੂੰ ਵਿਜ਼ਨ ਰੱਖਿਆ ਹੀ ਨਹੀਂ, ਆਪਾਂ ਆਦਰਸ਼ ਭੁਲਾ ਹੀ ਦਿੱਤਾ, ਤਾਂ ਫਿਰ ਤੁਸੀਂ ਲੋਕਾਂ ਨੂੰ ਦੱਸੋਗੇ ਵੀ ਕੀ, ਤਾਂ ਲੋਕਾਂ ਨੂੰ ਐਜੂਕੇਟ ਵੀ ਕੀ ਕਰੋਗੇ ਜੀ। ਸੋ ਮੈਂ ਮਹਿਸੂਸ ਕਰਦਾ ਕਿ ਅਨੰਦਪੁਰ ਸਾਹਿਬ ਦਾ ਮਤਾ ਇੱਕ ਆਪਣੇ ਆਪ 'ਚ ਬੜਾ ਵੱਡਾ ਡਾਕੂਮੈਂਟ ਰਿਹਾ ਹੈ, ਜਿਹਦੇ ਬਾਰੇ ਸੰਘਰਸ਼ ਵੀ ਲੜਿਆ ਗਿਆ ਔਰ ਜਿਹਦੇ ਵਾਸਤੇ ਸੰਸ਼ੀਦੀਆਂ ਵੀ ਹੋਈਆਂ ਜੀ। ਇਹਦਾ 2-3 ਮਤੇ ਵੀ ਬਣਾਤੇ ਗਏ। 1978 ਦੇ ਵਿੱਚ ਜਿਹੜੀ ਪ੍ਰੈਸ ਜਿਹੜੀ ਦਿੱਲੀ ਲੁਧਿਆਣਾ ਕਾਨਫਰੰਸ ਹੋਈ, ਆਪਾਂ ਨੈਲਸਨ ਦੇ ਵਿੱਚ ਲੈ ਲੈਂਦੇ ਹਾਂ, ਤਾਂ ਉਹ ਜਿਹੜਾ ਅਸਲ ਮਤਾ ਸੀ 1973 ਵਾਲਾ, ਉਹਦਾ ਰੂਪ ਹੀ ਖਤਮ ਕਰਤਾ। ਸੋ ਇਹ ਕੁਝ ਐਸੀਆਂ ਗੱਲਾਂ ਨੇ ਜਿਹੜੀਆਂ ਕਿ ਇਸ ਅਕਾਲੀ ਰਾਜਨੀਤੀ ਦੇ ਖਿਲਾਫ ਜਾਂਦੀਆਂ ਨੇ ਕਿ ਸੱਤਾ ਦੇ ਵਿੱਚ ਤਾਂ ਅਸੀਂ ਆਏ, ਪਰ ਸੱਤਾ ਨੂੰ ਮਹਿਜ਼ ਲੋਕਾਂ ਦੀਆਂ ਬਦਲੀਆਂ ਕਰਾਉਣ, ਹੋਰ ਜਿਹੜੇ ਸਾਰੇ ਮਾਫੀਏ ਬਣ ਕੇ ਦਿੱਤੀ ਗਈ, ਔਰ ਹੋਰ ਜੋ ਕੁਝ ਵੀ ਕੀਤਾ ਗਿਆ, ਮੈਂ ਬਹੁਤ ਡਿਟੇਲ 'ਚ ਨਾ ਜਾਈਏ, ਮਤਲਬ ਉਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸੱਤਾ ਲਈ ਸੱਤਾ ਹੰਡਾਈ ਗਈ। ਸੱਤਾ ਨੂੰ ਸਿੱਖ ਵਿਚਾਰਧਾਰਾ ਦੇ ਆਧਾਰਿਤ ਦੁਨੀਆ ਨੂੰ, ਪੰਜਾਬ ਨੂੰ ਇੱਕ ਵੱਖਰਾ ਮਾਡਲ ਦੇਣ ਦੇ ਸੰਬੰਧ ਵਿੱਚ ਕੁਛ ਨਹੀਂ ਕੀਤਾ ਗਿਆ, ਤੇ ਨਾ ਹੀ ਦੁਨੀਆ ਦੱਸਿਆ ਗਿਆ ਜੀ ਕਿ ਗੁਰੂ ਗ੍ਰੰਥ ਸਾਹਿਬ ਦਾ ਮਾਡਲ ਕੀ ਹੈ ਜੀ। ਤੇ ਇਹ ਤਾਂ ਹੋ ਗਈ ਗੱਲ ਕਿ ਜਿਹੜੀ ਵਿਚਾਰਧਾਰਕ ਤੌਰ 'ਤੇ ਉਹ ਰਾਜ ਸੱਤਾ ਕੀਤੀ ਤੇ ਨਹੀਂ, ਉਹਦੇ 'ਚ ਨਹੀਂ ਉਹ ਬੈਠ ਪਾਏ, ਨਹੀਂ ਲੋਕਾਂ ਦੀਆਂ ਉਮੀਦਾਂ 'ਤੇ ਜਾਂ ਪੰਜਾਬੀਆਂ ਦੇ ਉਮੀਦਾਂ ਦੇ ਖਰੇ ਜਿਹੜੇ ਉਹ ਨਹੀਂ ਉਤਰ ਪਾਏ। ਸਿੱਖੀ ਦੇ ਵਿਆਪ 'ਤੇ ਜਿਹੜੀ ਚੀਜ਼ ਉਹ ਲੈ ਕੇ ਚੱਲੇ ਸੀ ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਰੱਖੇ ਵੀ ਸਿੱਖਾਂ ਦੇ ਉਮੀਦਾਂ 'ਤੇ ਖਰਾ ਉਤਰਨਾ, ਔਰ ਉਹਦੇ 'ਚ ਪੰਜਾਬੀ ਸਮੂਹ ਪੰਜਾਬੀ ਇਹਦੇ 'ਚ ਇੱਕ ਹੋਰ ਗੱਲ ਆਉਂਦੀ ਹੈ ਜੀ, ਤੁਸੀਂ ਮੈਂ ਕੁਐਸਚਨ ਪਕੜ ਰਿਹਾ। ਉਹ ਕੁਐਸਚਨ ਇਹ ਹੈ ਕਿ ਕੀ ਅਕਾਲੀ ਦਲ ਪੰਥਕ ਪਾਰਟੀ ਬਣ ਸਕੇ ਜੀ। ਹਾਂ, ਤੇ ਆਪਣਾ ਪੰਥਕ ਰੂਪ ਜਿਹਦੀ ਕਮਿਟਮੈਂਟ ਲੈ ਕੇ, ਜਿਹਦੀ ਕਮਿਟਮੈਂਟ ਸੀ
ਕਿਉਂਕਿ ਜਦੋਂ ਅਕਾਲੀ ਦਲ ਬਣਦਾ ਨਾ ਜੀ ਤਾਂ ਦੈਟ ਮੀਨਸ ਜਿਹੜੇ ਪੰਥ ਦੇ ਹਿੱਤਾਂ ਦੀ ਰੱਖਿਆ, ਪੰਥ ਦੇ ਹਿੱਤਾਂ ਦੇ ਪਹਿਲ ਜੀ ਦੇ ਮਤਲਬ ਉਹ ਕੀ ਹੈ ਕਿ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ 'ਚ ਪੰਥਕ ਜਜ਼ਬਾ ਭਰ ਕੇ ਰੱਖਣਾ ਜੀ ਪੰਥ ਅਨੁਸਾਰ ਜੋ ਸਾਡੀਆਂ ਅੱਗੇ ਹੋਰ ਐਸਪੀਰੇਸ਼ਨਸ ਨੇ ਉਹਨੂੰ ਦਿੱਲੀ ਦੇ ਤੋਂ ਕਿਵੇਂ ਮਨਾਉਣਾ, ਦੁਨੀਆ ਤੱਕ ਕਿਵੇਂ ਲੈ ਕੇ ਜਾਣਾ। ਅੱਛਾ, ਇੱਕ ਚੀਜ਼ ਦੱਸੋ ਹੁਣ ਕਿ ਇਹ ਪਹਿਲੇ ਸੀ ਪ੍ਰਕਾਸ਼ ਸਿੰਘ ਬਾਦਲ ਦਾ ਯੁੱਗ, ਫਿਰ ਸੁਖਬੀਰ ਸਿੰਘ ਬਾਦਲ ਦਾ ਯੁੱਗ ਸ਼ੁਰੂ ਹੁੰਦਾ, ਤੁਹਾਨੂੰ ਇਹਨਾਂ ਦੋਨਾਂ ਦੀ ਰਣਨੀਤੀ 'ਚ ਜਾਂ ਰਾਜਨੀਤੀ 'ਚ ਕੋਈ ਥੋੜ੍ਹਾ ਬਹੁਤਾ ਸੁਖਬੀਰ ਬਾਦਲ ਦੇ ਆਉਣ ਨਾਲ ਅਕਾਲੀ ਰਾਜਨੀਤੀ 'ਚ ਕੀ ਬਦਲਾਅ ਹੁੰਦਾ? 2 ਮਿੰਟ ਲਈ ਆਪਾਂ ਗੱਲ ਕਰਕੇ ਫਿਰ ਆਪਾਂ ਅੱਜ ਦੇ ਹਾਲਾਤਾਂ 'ਤੇ ਆਉਂਦੇ ਜੀ। ਦੇਖੋ ਜੀ, ਮੈਂ ਸਮਝਦਾ ਕਿ ਬੇਸਿਕਲੀ ਪ੍ਰਕਾਸ਼ ਸਿੰਘ ਬਾਦਲ ਜਿਵੇਂ ਸੰਘਰਸ਼ 'ਚੋਂ ਨਿਕਲੇ ਨਾ ਜੀ, ਜੇਲ੍ਹਾਂ ਜਾਂਦੇ ਰਹੇ ਔਰ ਸਾਰੇ ਵੱਡੇ ਵੱਡੇ ਲੀਡਰਸ ਨਾਲ ਉਹਨਾਂ ਨਾਲ ਸੰਬੰਧ ਰਿਹਾ ਜੀ ਉਹਦੇ 'ਚ ਮੈਂ ਸਮਝਦਾ ਕਿ ਪ੍ਰਕਾਸ਼ ਸਿੰਘ ਬਾਦਲ 'ਚ ਫਿਰ ਕਿਤੇ ਨਾ ਕਿਤੇ ਪੰਥਕ ਦਰਦ ਦਾ ਕਿਣਕਾਰ ਮੌਜੂਦ ਹੈਗਾ। ਅੱਛਾ ਜੀ, ਰਿਹਾ ਵੀ ਹੈ ਤੇ ਹੁਣ ਵੀ ਹੈ, ਭਾਵੇਂ ਉਹਨਾਂ ਨੇ ਗਲਤੀਆਂ ਬਹੁਤ ਕੀਤੀਆਂ ਨੇ ਜੀ, ਕਿਉਂਕਿ ਉਹਨਾਂ ਨੇ ਵੀ ਅੱਗੇ ਆ ਕੇ ਭਾਵੇਂ ਸੁਖਬੀਰ ਸਿੰਘ ਬਾਦਲ ਦਾ ਜਦੋਂ ਯੁੱਗ ਆਉਂਦਾ ਨਾ ਜੀ, ਤਾਂ ਮੈਂ ਸਮਝਦਾ ਕਿ ਉਹ ਸੁਖਬੀਰ ਸਿੰਘ ਬਾਦਲ ਦਾ ਪ੍ਰਿਜ਼ਨਰ ਬਣ ਗਿਆ ਪ੍ਰਕਾਸ਼ ਸਿੰਘ ਬਾਦਲ। ਅੱਛਾ, ਕਿਵੇਂ? ਜਿਹੜੀ ਪੰਥਕ ਅਪਰੋਚ ਸੀ ਨਾ ਜੀ, ਉਸ ਨੂੰ ਛੱਡ ਕੇ ਜਿਹੜੀ ਗੈਰ ਪੰਥਕ ਅਪਰੋਚ ਹੈ ਨਾ, ਉਹ ਅਡਾਪਟ ਕੀਤੀ ਗਈ। ਮਤਲਬ ਜਿਵੇਂ ਕਿ ਪੰਥ ਨੂੰ ਸਿੰਜਣ ਦੀ ਬਜਾਏ ਜੀ ਪੰਥ ਦੀ ਸ਼ਕਤੀਆਂ ਨੂੰ, ਪੰਥ ਦੀ ਸੰਸਥਾਵਾਂ ਨੂੰ, ਐਸਜੀਪੀਸੀ ਨੂੰ, ਅਕਾਲ ਤਖਤ ਸਾਹਿਬ ਨੂੰ ਸਿੰਜਣ ਦੀ ਬਜਾਏ, ਤਾਕਤ ਦੇਣ ਦੀ ਬਜਾਏ, ਇਹਨਾਂ ਕੋਲ ਤਾਕਤ ਲੈਣ ਦੀ ਬਜਾਏ ਉਹ ਗੈਰ ਪੰਥਕ ਜਿਹੜੇ ਧਿਰਾਂ ਨੇ ਜਿਹਦੇ 'ਚ ਡੇਰੇ ਵਾਲੇ ਨੇ, ਸਿਰਸੇ ਵਾਲਾ ਹੈ ਜਾਂ ਬੀਜੇਪੀ ਨਾਲ ਸਮਝੌਤਾ ਹੈ ਜਾਂ ਹੋਰ ਜਿਹੜੇ ਜੋੜ ਤੋੜ ਦੀ ਰਾਜਨੀਤੀ, ਯਾਨੀ ਕਿ ਆਪਣਾ ਜਿਹੜਾ ਪੰਥਕ ਘਰ ਹੈ ਉਸ ਨੂੰ ਨਾ ਬਚਾ ਕੇ ਜੋੜ ਤੋੜ ਦੀ ਰਾਜਨੀਤੀ 'ਚ ਗੈਰ ਪੰਥਕ ਜਾਂ ਗੈਰ ਸਿੱਖ ਗਰੁੱਪਾਂ ਨਾਲ ਜਿਹੜਾ ਵੀ ਲੈਣ ਦੇਣ ਹੋਇਆ ਜਾਂ ਜਿਹਦੇ ਨਾਲ ਸੰਪਰਕ ਹੋਇਆ ਜਾਂ ਜਿਹੜੇ ਗੱਠਜੋੜ ਬਣੇ, ਉਹਦੇ ਮੈਂ ਸਮਝਦਾ ਕਿ ਸੁਖਬੀਰ ਸਿੰਘ ਬਾਦਲ ਦਾ ਵੱਡਾ ਰੋਲ ਹੈ। ਅੱਛਾ, ਹੁਣ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਯੁੱਗ ਦੇ 'ਚ ਆਪਾਂ ਗੱਲ ਕਰਦੇ ਹਾਂ, ਹਰਸਿਮਰਤ ਕੌਰ ਬਾਦਲ ਆਉਂਦੀ ਕੇਂਦਰੀ ਮੰਤਰੀ ਬਣ ਜਾਂਦੀ ਹੈ। ਆਹ ਜਿਹੜੇ ਕਿਸਾਨ ਸੰਘਰਸ਼ ਚੱਲ ਰਿਹਾ ਇਸ ਵੇਲੇ ਕਿਸਾਨ ਬਿੱਲਾਂ ਦੇ ਉੱਤੇ, ਇਹਦੇ ਵਿੱਚ ਪਹਿਲਾਂ ਉਹ ਸਾਰੇ ਉਹਨਾਂ ਦੇ ਨਾਲ ਆ ਜਾ ਕੇ ਬਿੱਲ ਪਾਸ ਕਰਾਉਂਦੇ ਆ, ਲੇਕਿਨ ਜਦੋਂ ਲਾਸਟ ਮੂਵਮੈਂਟ ਆਉਂਦੀ ਹੈ ਅਤੇ ਜਦੋਂ ਬਿੱਲ ਪਾਸ ਹੋ ਜਾਂਦਾ ਉਸ ਵੇਲੇ ਤੁਰੰਤ ਅਸਤੀਫਾ ਦੇ ਦਿੰਦੇ। ਇਹ ਜਿਹੜੀ ਰਣਨੀਤੀ ਹੈ ਵਾਪਸ ਆਉਣ ਦੀ, ਔਰ ਉਸ ਤੋਂ ਬਾਅਦ ਹੁਣ ਨਵੀਂ ਜਿਹੜੀ ਇੱਕ ਹੋਰ ਨੀਤੀ ਖੇਡੀ ਗਈ ਹੈ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣੀ ਆਪਣਾ ਅਵਾਰਡ ਵਾਪਸ ਕਰ ਦਿੱਤਾ ਹੈ ਕੇਂਦਰ ਨੂੰ, ਇਹਨੂੰ ਕਿਵੇਂ ਦੇਖਦੇ? ਇਹ ਦੇਖੋ, ਜੋ ਅਵਾਰਡ ਵਾਪਸ ਕੀਤਾ ਨਾ ਜੀ, ਇਸ ਤੋਂ ਤਾਂ ਗੱਲ ਸਪਸ਼ਟ ਹੈ, ਜਾਂ ਜੋ ਕੁਛ ਵੀ ਇਹਨਾਂ ਨੇ ਸਾਰਾ ਕੀਤਾ ਹੈ ਵੀ ਵਾਪਸ ਆ ਕੇ ਬੀਜੇਪੀ ਨਾਲ ਸਮਝੌਤਾ ਤੋੜ ਦਿੱਤਾ ਜਾਂ ਉਹਦੇ ਮੰਤਰੀ ਸਿਰ ਛੱਡ ਦਿੱਤਾ ਜੀ, ਇਹ ਇਤਿਹਾਸ ਦੇ ਦੀਵਾਰ 'ਤੇ ਲਿਖਿਆ ਗਿਆ ਕਿ ਸੱਚ ਹੈ ਜੀ ਵੀ ਉਹ ਪਰਿਵਾਰ, ਉਹ ਪ੍ਰਕਾਸ਼ ਸਿੰਘ ਬਾਦਲ, ਉਹ ਸੁਖਬੀਰ ਸਿੰਘ ਬਾਦਲ, ਉਹ ਹਰਸਿਮਰਤ ਕੌਰ ਬਾਦਲ ਤੇ ਹੋਰ ਸਾਰਾ ਇਹਨਾਂ ਦਾ ਉਹ ਬਿੱਲਾਂ ਦੀ ਪਹਿਲਾਂ ਹਮਾਇਤ ਕਰਦੇ ਰਹੇ ਜੀ। ਹੁਣ ਬਿੱਲ ਚੰਗੇ ਨੇ ਮਾੜੇ ਨੇ, ਲੇਕਿਨ ਇੱਕ ਗੱਲ ਦਾ ਅੱਜ ਦਾ ਜਿਹੜਾ ਜਿਵੇਂ ਸੰਘਰਸ਼ ਚੱਲਿਆ ਹੈ, ਇਹ ਸਾਰੀ ਦੁਨੀਆ ਭਾਰਤ ਦੇ ਵਿੱਚ ਇਹਦਾ ਪ੍ਰਭਾਵ ਪਿਆ। ਉਹ ਸਾਰੀ ਭਾਰਤੀ ਜਨਤਾ ਪਾਰਟੀ ਜਿਹੜੀਆਂ ਯੂਨੀਅਨਸ ਨੇ, ਕਿਸਾਨ ਯੂਨੀਅਨਸ, ਉਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਲੜ ਰਹੀਆਂ ਨੇ, ਸਰਕਾਰ ਦੇ ਖਿਲਾਫ ਲੜ ਰਹੀਆਂ ਨੇ। ਉਹ ਸਪਸ਼ਟ ਹੈ ਕਿ ਬਿੱਲ ਜਿਹੜੇ ਨੇ ਕਿਸਾਨੀ ਨੂੰ ਮਨਜ਼ੂਰ ਨਹੀਂ। ਉਹਦੀ ਜਿਹੜੀ ਚੰਗਾ ਹੋਣਾ ਜਾਂ ਮਾੜਾ ਹੋਣਾ ਉਹ ਵੱਖਰਾ ਵਿਸ਼ਾ ਹੈ, ਪਰ ਇਹ ਗੱਲ ਤਾਂ ਸਪਸ਼ਟ ਹੈ ਨਾ ਜੀ ਕਿ ਇਸ ਵੇਲੇ ਸਾਰਾ ਹਿੰਦੁਸਤਾਨ ਦੇ ਵਿੱਚ ਜਿਹੜਾ ਕਿਸਾਨਾਂ ਦੇ ਬਾਰੇ ਲੜਿਆ ਜਾ ਰਿਹਾ। ਪਰ ਇਹ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਬਾਦਲ ਸਾਹਿਬ? ਦੇਖੋ, ਇਹ ਗੱਲ ਇਹ ਹੈ ਕਿ ਇਹ ਜਿਹੜੀ ਬੀਜੇਪੀ ਨੇ ਪਹਿਲਾਂ ਕਿਹਾ ਕਿ ਗੈਰ ਪੰਥਕ ਗੈਰ ਸਿੱਖ ਜਮਾਤਾਂ ਨਾਲ ਆਪਣੇ ਗੱਠਜੋੜ ਨੂੰ ਬਚਾਉਣ ਵਾਸਤੇ ਜਾਂ ਉਹਨਾਂ ਦੇ ਪ੍ਰਭਾਵ ਹੇਠ ਪਹਿਲਾਂ ਇਹਨਾਂ ਬਿੱਲਾਂ ਦੀ ਮਦਦ ਕੀ ਹਮਾਇਤ ਕੀਤੀ ਗਈ ਵੀ ਚੰਗੇ ਨੇ। ਅੱਜ ਜੇਕਰ ਪ੍ਰਕਾਸ਼ ਸਿੰਘ ਬਾਦਲ ਉਹ ਕਿਸਾਨੀ ਪ੍ਰਭਾਵ ਹੇਠ ਜਾਂ ਆਪਣੇ ਉਸ ਕਹਿ ਸਕਦੇ ਹਾਂ ਕਿ ਇਤਿਹਾਸ ਦੀ ਗਲਤੀ ਨੂੰ ਸੁਧਾਰਨ ਵਾਸਤੇ, ਉਸ ਗਲਤੀ ਨੂੰ ਸੁਧਾਰਨ ਵਾਸਤੇ ਆਪਣਾ ਮੋੜ ਦਿੰਦਾ, ਉਹਦਾ ਮੈਂ ਸਵਾਗਤ ਵੀ ਕਰਦਾ, ਕਿਉਂਕਿ ਇਹਦਾ ਪ੍ਰਭਾਵ ਜਿਹੜਾ ਨਾ ਕਿਸਾਨੀ ਫੈਸਲੇ 'ਤੇ ਪਿਆ ਹੈ, ਕਿਉਂਕਿ ਢੀਂਡਸੇ ਸਾਹਿਬ ਨੇ ਵੀ ਕੀਤਾ ਹੈ ਜਾਂ ਹੋਰ ਖਿਡਾਰੀ ਵੀ ਕਰਨ ਲੱਗੇ ਨੇ। ਇਹ ਵੱਡਾ ਹੁੰਦਾ ਐਕਸ਼ਨ ਹੁੰਦਾ ਅਗੇਂਸਟ ਸਟੇਟ। ਹੁਣ ਜੇਕਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਨੂੰ ਕੀਤਾ, ਵਾਪਸ ਕੀਤਾ, ਤਾਂ ਮੇਰਾ ਕਾਊਂਟਰ ਸਵਾਲ ਹੈ ਜੀ ਕਿ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਫਖਰੇ ਕੌਮ ਦਾ ਖਿਤਾਬ ਮਿਲਿਆ ਹੈ। ਹਾਂ, ਬਿਲਕੁਲ ਜੀ, ਠੀਕ ਹੈ ਨਾ ਜੀ, ਇਹਦੀ ਅਕਸਰ ਗੱਲ ਕੀਤੀ ਜਾਂਦੀ ਹੈ ਵੀ ਫਖਰੇ ਕੌਮ ਮਿਲਿਆ। ਦੇਖੋ, ਸਵਾਲ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਅੰਤਰ-ਆਤਮਾ ਜਾਂ ਸਾਡੀ ਆਪਣੀ ਪੰਥ ਦੀ ਅੰਤਰ-ਆਤਮਾ ਇਹ ਮਹਿਸੂਸ ਕਰਦੀ ਹੈ ਕਿ ਕੀ ਫਖਰ ਹੈ ਉਹਨਾਂ ਤੇ ਹੋਰ। ਹਾਂ, ਨਾਲੇ ਕਿਹੜੇ ਫਖਰ ਕਰਕੇ ਉਹਨਾਂ ਨੂੰ ਕੌਮ ਦਾ ਜਿਹੜਾ ਉਹਨਾਂ ਨੇ 100 ਸਾਲਾ ਜਸ਼ਨ ਮਨਾਉਣਾ, ਇਹਦੇ ਤਾਂ ਇਹ ਹੋਰ ਵੀ ਇੰਪੋਰਟੈਂਟ ਸਵਾਲ ਹੋ ਜਾਂਦਾ। ਅੱਜ ਜਦੋਂ 100 ਸਾਲ ਰਹਿ ਗਿਆ ਤਾਂ ਹੈਰਾਨਗੀ ਦੱਸੋ ਨਾ ਵੀ ਅੱਜ ਪ੍ਰਕਾਸ਼ ਸਿੰਘ ਬਾਦਲ ਕਿੱਥੇ ਨੇ? ਹਾਂਜੀ, ਉਹ ਤਾਂ ਲੱਭਦੇ ਨਹੀਂ ਥਿਆਂਦੇ। ਹਾਂਜੀ, ਤੇ ਉਹ ਫਖਰੇ ਕੌਮ ਜਿਹੜੇ ਆ ਕਿਸ ਪਾਸੇ ਮਤਲਬ ਸਾਬਤ ਹੁੰਦੇ ਨੇ, ਇਹ ਉਹਨਾਂ ਨੂੰ ਸਾਬਤ ਕਰਨਾ ਪਏਗਾ ਜਾਂ ਉਹਨਾਂ ਨੂੰ ਉਹ ਅਵਾਰਡ ਵੀ ਵਾਪਸ ਕਰਨਾ ਚਾਹੀਦਾ। 100 ਸਾਲ ਬਾਅਦ ਅੱਜ ਜਿਹੜਾ ਫਖਰ ਮਨਾਇਆ ਜਾ ਰਿਹਾ ਹੈ, ਤਾਂ ਫਖਰੇ ਕੌਮ ਦਾ ਕੀ ਰੋਲ ਹੈ? ਤਾਂ ਜੋ ਸਾਡੇ ਇਸ ਵੇਲੇ ਸੁਖਬੀਰ ਸਿੰਘ ਬਾਦਲ ਨੇ ਜਾਂ ਹੋਰ ਜੋ ਲੀਡਰਸ ਹਨ, ਕੰਟੈਂਪਰਰੀ ਲੀਡਰਸ, ਇਹਨਾਂ ਕੋਲ ਅਕਾਲੀ ਰਾਜਨੀਤੀ ਜਿਹੜੀ ਡਾਮਾਡੋਲ ਹੈ, ਜਿਹਨੂੰ ਮੈਂ ਜਿਹੜੇ ਵਿਰੋਧ ਰਾਜਨੀਤਿਕ ਆਪਾਂ ਉਹਦੀ ਗੱਲ ਕਰ ਲੈਂਦੇ ਹਾਂ,
ਕਿ ਇਹ ਜਿਹੜੀ ਰਾਜਨੀਤੀ ਇਸ ਵੇਲੇ ਅਕਾਲੀ ਰਾਜਨੀਤੀ ਹੈ ਦਿਸ਼ਾਹੀਣ ਹੈ। ਅੱਛਾ ਜੀ, ਠੀਕ ਹੈ ਨਾ ਵੀ ਆਸਟ੍ਰੇਲੀਆ ਨੇ 2022 ਚ ਇਲੈਕਸ਼ਨ ਹੀ ਲੜਨੀ ਹੈ। ਜੀ ਜੀ ਜੀ, ਠੀਕ ਹੈ। ਪਰ ਜਦੋਂ ਕਿ ਇਸ ਵੇਲੇ ਕਿਸਾਨੀ ਅੰਦੋਲਨ ਨੇ ਐਸੇ ਮੁੱਦੇ ਉਧਾਰ ਦਿੱਤੇ ਨੇ ਜਿਹੜੇ ਕਿ ਇਹਨਾਂ ਨੇ ਕਦੀ ਜਿਹੜਾ ਕਿ ਇਹਨਾਂ ਨੂੰ ਉਭਾਰਨੇ ਚਾਹੀਦੇ ਸੀਗੇ। ਜੀ ਜੀ ਜੀ, ਅਨੰਦਪੁਰ ਸਾਹਿਬ ਮਤੇ ਦੇ ਤਹਿਤ ਫੈਡਰਲ ਸਟਰਕਚਰ ਨੂੰ ਮੌਜੂਦ ਕਰਨ ਵਾਸਤੇ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਦੇ ਵਿੱਚ ਸਿੱਖਾਂ ਦੇ ਜਿਹੜੇ ਕਲਚਰਲ ਔਰ ਧਾਰਮਿਕ ਔਰ ਸਮਾਜਿਕ ਰਾਈਟਸ ਨੂੰ ਮਜ਼ਬੂਤ ਕਰਾ ਕੇ ਆਪਾਂ ਇੱਕ ਆਪਣੀ ਹੋਂਦ ਬਣਾ ਕੇ ਰੱਖਦੇ, ਹੋਂਦ ਦੀ ਲੜਾਈ ਲੜਦੇ ਔਰ ਹੋਂਦ ਬਚਾ ਕੇ ਅਸੀਂ ਪੰਥ ਲਈ ਦੁਨੀਆ ਨੇ ਕੀ ਕਰਨਾ ਹੈ। ਇਸ ਵਾਸਤੇ ਮੈਂ ਸਮਝਦਾ ਕਿ ਇਸ ਲਈ ਜਦੋਂ ਇਹ ਮੁੱਦੇ ਇਹਨਾਂ ਨਾਲ ਅੱਗੇ ਲੰਘ ਗਏ ਨੇ ਜੀ, ਜੋ ਮੁੱਦੇ ਕਿਸੇ ਅਕਾਲੀ ਦਲ ਦੇ ਸੀਗੇ ਸੰਧੂ ਸਾਹਿਬ, ਅੱਜ ਉਹ ਮੁੱਦੇ ਅੱਗੇ ਲੰਘ ਗਏ ਨੇ। ਹਾਂਜੀ, ਉਹ ਚਾਹੇ ਨੌਜਵਾਨਾਂ ਨੇ ਲਿਆਂਦੇ ਨੇ, ਚਾਹੇ ਕਿਸਾਨੀ ਸੰਘਰਸ਼ ਨੇ। ਤੁਹਾਨੂੰ ਕੀ ਲੱਗਦਾ ਜਿਹੜੇ ਅਸਤੀਫੇ ਦੇਣੇ ਆ ਇਹ ਕਿਤੇ ਉਹ ਬਚਾਉਣ ਦੀ ਕੋਸ਼ਿਸ਼ ਆ ਆਪਣਾ ਜਿਹੜਾ ਥੋੜਾ ਬਹੁਤਾ ਕਿ ਜੋ ਅਸੀਂ ਗਵਾ ਲਿਆ ਉਹਨੂੰ ਰਿਕਵਰ ਕਰੀਏ? ਤੁਸੀਂ ਇਹ ਸੋਚੋ ਵੀ ਜੇਕਰ ਅਗਰ ਇਹਨਾਂ ਸਮਝੌਤਾ ਨਾ ਦਿੱਤਾ ਹੁੰਦਾ, ਅਸਤੀਫੇ ਨਾ ਦਿੱਤੇ ਹੁੰਦੇ ਤਾਂ ਇਹਨਾਂ ਦੀ ਹਾਲਤ ਕੀ ਹੁੰਦੀ। ਸੋ ਮੈਂ ਸਮਝ ਕਰਦਾ ਕਿ ਇਹ ਜੋ ਇਹਨਾਂ ਨੇ ਕੀਤਾ ਹੈ, ਅਸਤੀਫੇ ਦਿੱਤੇ ਨੇ, ਇਹ ਆਪਣੀ ਜਿਹੜੀ ਗਰਾਊਂਡ ਯਕਦਮ ਗਵਾਚ ਗਈ ਸੀ ਨਾ ਇਹਨਾਂ ਦੀ ਜੀ ਜੀ ਪੋਲੀਟੀਕਲ ਗਰਾਊਂਡ, ਉਸ ਨੂੰ ਰਿਟੇਨ ਕਰਨ ਵਾਸਤੇ ਯਤਨ ਕੀਤੇ ਜਾ ਰਹੇ ਜੀ ਜੀ, ਕੋਸ਼ਿਸ਼ ਕਰੀ ਵੀ ਕੁਛ ਨਾ ਕੁਛ ਉਹਦੇ 'ਚ ਬਚ ਜਾਏ, ਕੁਝ ਨਾ ਕੁਝ ਬਚ ਜਾਏ ਤਾਂ ਕਿ ਅਸੀਂ ਲੋਕਾਂ ਨੂੰ 2020 'ਚ ਜਾ ਸਕੀਏ। ਪਰ ਕਿਸਾਨ ਜਥੇਬੰਦੀਆਂ, ਨੌਜਵਾਨਾਂ ਦਾ ਰੋਸ, ਬੀਬੀਆਂ ਦਾ ਰੋਸ, ਈਵਨ ਬੱਚਿਆਂ ਦਾ ਰੋਸ ਇੰਨਾ ਮਹੱਤਵਪੂਰਨ ਬਣ ਗਿਆ, ਇੰਨਾ ਮਤਲਬ ਕਰੂਰ ਬਣ ਗਿਆ ਕਿ ਕਹਿੰਦੇ ਅਸੀਂ ਰਾਜਨੀਤਿਕਾਂ ਨੂੰ, ਈਵਨ ਕਾਂਗਰਸ ਵਗੈਰਾ ਹੋਰ ਸਾਰੇ ਜੋ ਅਸਲ ਗੁੱਸਾ ਹੈ। ਹਾਂ, ਇਹ ਵੀ ਹੈ ਜੀ, ਪਿੰਡਾਂ 'ਚ ਨਹੀਂ ਵੜਦੇ। ਕਾਂਗਰਸ ਦੇ ਕੈਂਪੀ ਵੀ ਗਏ ਸੀ ਅੰਮ੍ਰਿਤਸਰ ਤੋਂ, ਕਿਉਂਕਿ ਜਿੱਥੇ ਜਾਂਦੇ ਨੇ ਜਿੱਥੇ ਉਹਨਾਂ ਦੇ ਖਿਲਾਫ ਮੁਜ਼ਾਹਰਾ ਹੋ ਜਾਂਦਾ ਹੈ ਜੀ, ਕਿਉਂਕਿ ਕਿਸਾਨਾਂ 'ਚ ਰੋਸ ਇਹ ਹੈ ਵੀ ਜੋ ਸਾਡੀ ਸਥਿਤੀ ਹੁਣ ਬਣੀ ਹੈ ਜੀ, ਉਹਦੇ ਰਾਜਨੀਤਿਕ ਜ਼ਿੰਮੇਵਾਰ ਨੇ, ਚਾਹੇ ਉਹ ਦਿੱਲੀ ਦੇ ਬੈਠੇ ਨੇ, ਚਾਹੇ ਪੰਜਾਬ 'ਚ ਬੈਠੇ ਨੇ। ਹੁਣ ਇਹ ਦੱਸੋ ਵੀ ਤੁਹਾਡੇ ਨਜ਼ਰੀਏ ਦੇ ਨਾਲ ਅਕਾਲੀ ਦਲ ਤਾਂ ਆਪਣੇ ਜੋ ਨਿਸ਼ਾਨਾ ਸੀ ਉਹਦੇ ਦਿਸ਼ਾ 'ਚ ਕੁਛ ਕਰ ਨਹੀਂ ਪਾਇਆ, ਕੋਈ ਵੀ ਲੋਕਾਂ ਦੀਆਂ ਉਮੀਦਾਂ 'ਤੇ ਅੱਜ ਖਰਾ ਉਤਰਦਾ ਨਜ਼ਰ ਨਹੀਂ ਆ ਰਿਹਾ। ਅਤੇ ਇਹ ਦੱਸੋ ਵੀ ਫਿਰ ਇਹ ਜਿਹੜੀ ਸਿੱਖ ਰਾਜਨੀਤੀ ਆ ਅਗਲੀ ਆਉਣ ਵਾਲੇ ਦਿਨਾਂ ਦੀ ਸਿੱਖ ਸਟ੍ਰੈਟਜੀ ਰਣਨੀਤੀ ਸਿੱਖਾਂ ਨੂੰ ਕੀ ਵੀ ਰਾਜਨੀਤਿਕ ਪਹੁੰਚ ਕਿਸ ਤਰ੍ਹਾਂ ਅਪਣਾਉਣੀ ਹੈ? ਮੈਂ ਜਦੋਂ ਤੁਸੀਂ ਇਹ ਸਵਾਲ ਕਰਦੇ ਹੋ ਨਾ ਜੀ, ਤਾਂ ਮੈਂ ਸਮੁੱਚੇ ਤੌਰ ਤੇ ਜਿਹੜੇ ਅਕਾਲੀ ਗਰੁੱਪਸ ਨੇ ਜੀ ਜੀ, ਅਕਾਲੀ ਦਲ ਹੋਰ ਨੇ, ਉਹਨਾਂ ਨੂੰ ਵੀ ਲੈਣਾ ਐਡਰੈਸ ਕਰਦਾ। ਬਿਲਕੁਲ ਜੀ, ਬਿਲਕੁਲ ਠੀਕ। ਕਿਉਂਕਿ 1920 ਚ ਗੁਰਪ੍ਰੀਤ ਜੀ ਇੱਕੋ ਅਕਾਲੀ ਦਲ ਜੀ ਜੀ, ਅੱਜ 7 ਅਕਾਲੀ ਦਲ ਨੇ, ਠੀਕ। ਔਰ ਸਾਰਿਆਂ ਦੀ ਦਿਸ਼ਾ ਅਲੱਗ-ਅਲੱਗ ਹੈ, ਨਾ ਕੁਝ ਦਾ ਤਾਲਮੇਲ ਹੈ ਜੀ। ਉਹ ਸਾਰੇ ਅਕਾਲੀ ਰਾਜਨੀਤੀ ਤੋਂ ਬਚਾਉਣਾ ਚਾਹੁੰਦੇ ਨੇ, ਬਟ ਦੇ ਡੋਂਟ ਵਾਂਟ ਟੂ ਕਮ ਅੰਡਰ ਦ ਲੀਡਰਸ਼ਿਪ ਆਫ ਸੁਖਬੀਰ ਸਿੰਘ ਬਾਦਲ ਜੀ ਜੀ, ਬਿਲਕੁਲ। ਤੇ ਕੀ ਹੱਲ ਨਿਕਲਦਾ ਨਜ਼ਰ ਆ ਰਿਹਾ? ਇਹਦਾ ਹੱਲ ਇਹ ਨਿਕਲਦਾ ਜੀ ਕਿ ਜਿਵੇਂ ਅੱਜ ਦੇ ਸਮੇਂ 'ਚ ਲੋੜ ਹੈ ਜੀ, ਅਕਾਲੀ ਦਲ ਜਿਹੜੇ ਚਾਹੇ ਢੀਂਡਸਾ ਸਾਹਿਬ ਨੇ, ਤੇ ਚਾਹੇ ਉਹ ਮਾਨ ਸਾਹਿਬ ਨੇ, ਤੇ ਚਾਹੇ ਉਹ ਰਵਿੰਦਰ ਹੈ ਜਾਂ ਬ੍ਰਹਮ ਟਕਸਾਲੀ ਜੀ, ਇਹਨਾਂ ਸਾਰਿਆਂ ਨੂੰ ਆਪਣੇ ਮਤਭੇਦ ਭੁਲਾਉਣੇ ਚਾਹੀਦੇ ਨੇ। ਅੱਛਾ। ਔਰ ਨਵੀਂ ਲੀਡਰਸ਼ਿਪ ਆਉਣੀ ਚਾਹੀਦੀ ਹੈ। ਨਵੀਂ ਲੀਡਰਸ਼ਿਪ ਜਿਹੜੀ ਹੈ ਉਹ ਕਿੱਥੋਂ ਆਵੇਗੀ, ਇਹ ਅਕਾਲੀ ਦਲ ਨੇ ਸੋਚਣਾ ਹੈ, ਅਕਾਲੀ ਦਲਾਂ ਨੇ ਸੋਚਣਾ ਹੈ। ਪਰ ਤੁਹਾਨੂੰ ਹਾਲੇ ਵੀ ਅਕਾਲੀ ਦਲ ਤੇ ਮਤਲਬ ਖੇਰੂਗਨ ਹੋਏ ਤੇ ਉਮੀਦ ਹੈਗੀ ਹੈ ਕਿ ਇਹ ਕੁਝ ਕਰ ਸਕਦੇ ਹਲੇ? ਮੈਂ ਤਾਂ ਕੋਈ ਵਿਚਾਰ ਨਹੀਂ ਸਕਦਾ ਨਾ, ਲੇਕਿਨ ਫਿਰ ਇਹ ਹੈ, ਫਿਰ ਸਵਾਲ ਇਹ ਹੈ ਕਿ ਜਿਹੜਾ ਅਕਾਲੀ ਦਲ ਚਾਹੇ ਕੋਈ ਵੀ ਹੈ ਅੱਜ ਦੀ ਡੇਟ 'ਚ ਪੰਥ ਦੇ ਇਸ਼ੂਜ਼ ਨੂੰ ਅੱਗੇ ਲੈ ਕੇ ਜਾਏਗਾ, ਔਰ ਪੰਜਾਬ ਦੇ ਵਿੱਚ ਪੰਜਾਬ ਦੀ ਜਿਹੜੀ ਹੈ ਹੋਂਦ ਤੇ ਪੰਜਾਬ ਦੇ ਸਿੱਖ ਵਿਚਾਰਧਾਰਾ ਅਨੁਸਾਰ ਜਿਹੜਾ ਰਾਜ ਬਣਾਉਣਾ ਹੈ ਜਾਂ ਜਿਹੜੀ ਸਟਰਕਚਰ ਖੜੀ ਕਰਨੀ ਹੈ, ਉਹਦੇ 'ਚ ਜਿਹੜੇ ਮਾਡਲਸ ਲੈ ਕੇ ਆਉਣ, ਏਜੰਡਾ ਲੈ ਕੇ ਆਉਣ ਵੀ ਇਹ ਸਾਡਾ ਏਜੰਡਾ ਹੈ। ਜਿਹੜੀ ਤੁਸੀਂ ਗੱਲ ਕੀਤੀ ਸੀ ਜੀ ਪੰਜਾਬ ਦੇ ਵਿਕਾਸ ਦੀ, ਚੰਗੇ ਵਿਕਾਸ ਦੀ ਗੱਲ ਜਿਹੜੀ ਤੁਸੀਂ ਬਹੁਤ ਮੁਖੀ ਵਿਕਾਸ ਦੀ ਗੱਲ ਜਿਹੜੀ ਕੀਤੀ, ਏਜੰਡੇ ਦੀ ਗੱਲ ਕੀਤੀ ਆ, ਤੇ ਜੇ ਅਗਰ ਅਕਾਲੀ ਦਲ ਵਾਲੇ ਉਹ ਨਹੀਂ ਕਰ ਪਾਉਂਦੇ, ਨਹੀਂ ਇਹ ਉਹਦੇ ਲਈ ਕੀ ਮਤਲਬ ਹੋਰ ਆਮ ਜਿਹੜਾ ਸਿੱਖ ਹੈਗਾ ਉਹ ਕੀ ਕਰ ਸਕਦਾ, ਕੀ ਯੋਗਦਾਨ? ਦੇਖੋ, ਮੈਂ ਮਹਿਸੂਸ ਕਰਦਾ ਕਿ ਇਹਨਾਂ ਨੂੰ ਲਿਆਉਣਾ ਪਏਗਾ। ਅੱਛਾ ਜੀ। ਦੇਖੋ, ਅਗਲੇ ਮਹੀਨੇ ਐਸੇ ਮਹੀਨੇ ਜੀ 15 ਤਰੀਕ ਨੂੰ ਇਹ ਅਨੰਦਪੁਰ ਸਾਹਿਬ 'ਚ ਇਕੱਠ ਕਰਨਗੇ ਜੀ ਜੀ, ਆਪਣਾ ਸਾਲਾਨਾ ਜੀ ਮਨਾਉਣਗੇ ਜੀ, ਜਿਹਨੂੰ ਜਸ਼ਨ ਕਹਿੰਦੇ ਹੋ। ਹਾਂ, ਬਿਲਕੁਲ ਜੀ, ਜਸ਼ਨ ਮੈਂ ਤਾਂ ਕਹਿੰਦਾ ਜੀ। ਦੂਜੇ ਦਲ ਵੀ ਮਨਾਉਣਗੇ ਜੀ, ਕੋਈ ਸੈਮੀਨਾਰ ਕਰੇਗਾ, ਕੋਈ ਹੋਰ ਕਰੇਗਾ ਜੀ। ਪਰ ਸਵਾਲ ਇਹ ਹੈ ਵੀ ਦਿਸ਼ਾ ਏਜੰਡੇ ਤੋਂ ਬਗੈਰ ਸੈਮੀਨਾਰ ਕਾਹਦੇ? ਬਿਲਕੁਲ ਉਹੀ ਸਿੰਘ ਸਭਾ ਲਹਿਰ ਵੇਲੇ ਹੋਇਆ, ਇਹ ਵੱਡਾ ਸਵਾਲ ਹੈ। ਉਹੀ ਸ਼੍ਰੋਮਣੀ ਕਮੇਟੀ ਦੇ 100 ਸਾਲਾਂ ਵੇਲੇ ਹੋਇਆ ਜੀ ਜੀ। ਉਹੀ ਸੁਲਤਾਨਪੁਰ ਲੋਧੀ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਅਰਜਨ ਨਾਨਕ ਸਾਹਿਬ ਦੇ ਬਣਾਉਣ ਵੇਲੇ ਹੋਇਆ, ਮਨਾ ਲਿਆ ਗਿਆ ਸੁਲਤਾਨਪੁਰ ਲੋਧੀ। ਮਤਲਬ ਤੁਹਾਨੂੰ ਲੱਗਦਾ ਏਜੰਡਾ ਰਹਿਤ, ਏਜੰਡਾ ਜਦ ਤੱਕ ਪੰਜਾਬ ਮੁਖੀ ਜੀ ਔਰ ਪੰਥ ਮੁਖੀ ਜੀ ਜੀ, ਇਹ ਦੋਨੋਂ ਇਕੱਠੀਆਂ ਨੇ ਜੀ ਜੀ ਜੀ, ਪੰਜਾਬ ਐਂਡ ਪੰਥ ਜੀ ਜੀ, ਇਹ ਦੋਨਾਂ ਨੂੰ ਚੜ੍ਹਦੀ ਕਲਾ ਲਿਜਾਣ ਵਾਸਤੇ ਜਦ ਤੱਕ ਏਜੰਡਾ ਨਹੀਂ ਆਉਂਦਾ, ਜਦ ਤੱਕ ਸਮੁੱਚੇ ਵਿਕਾਸ ਮਾਡਲ ਆਪਣੇ ਆਪਣੀ ਥਾਂ 'ਤੇ ਲਿਆ ਕੇ ਇੱਕ ਵੱਖਰਾ ਪੰਥ ਦਾ ਔਰ ਪੰਜਾਬ ਦਾ ਵਿਕਾਸ ਮਾਡਲ ਸਿਰਜਣ ਵਾਸਤੇ ਨਹੀਂ ਆਇਆ ਜਾਏਗਾ। ਔਰ ਪੰਜਾਬ ਦੇ ਔਰ ਹਿੰਦੁਸਤਾਨ ਨੇ ਜਿਹੜੀ ਨਵੀਂ ਨੀਤੀ ਆਈ ਹੈ ਹਿੰਦੂਤਵ ਰਾਜਧਾਰਾ ਦੀ, ਦੇਖੋ ਹਿੰਦੂਤਵ ਦੇ ਆਧਾਰ 'ਤੇ ਉਹਨੇ ਰਾਜਨੀਤੀ ਬਣਾ ਲਈ, ਰਾਜ ਖੜਾ ਕਰ ਲਿਆ ਜੀ ਜੀ ਜੀ।
ਕਮਿਊਨਿਸਟਾਂ ਨੇ 35 ਸਾਲ ਰਾਜ ਕੀਤਾ ਮਾਰਕਸੀ ਵਿਚਾਰਧਾਰਾ ਆਧਾਰਿਤ ਜੀ। ਸਵਾਲ ਇਹ ਹੈ ਵੀ ਸਿੱਖ ਵਿਚਾਰਧਾਰਾ ਦੇ ਆਧਾਰਿਤ ਵਿਕਾਸ ਮਾਡਲ ਲਿਆਉਣ ਵਾਸਤੇ ਜੀ ਇਹਨਾਂ ਅਕਾਲੀ ਦਲਾਂ ਕੋਲ ਕੀ ਪ੍ਰੋਗਰਾਮ ਹੈ ਜੀ, ਔਰ ਇਹ 100 ਸਾਲਾ ਪ੍ਰੋਗਰਾਮ ਦੇ ਵਿੱਚ ਉਹਦੇ ਬਾਰੇ ਕੀ ਡਿਸਕਸ਼ਨ ਕੀਤਾ ਜਾਏਗਾ। ਜੀ ਜੀ 100 ਸਾਲ ਦੀ ਸਾਰੀ ਪ੍ਰਾਪਤੀ ਉਹ ਜਿਹੜੀ ਹੋ ਜਾਏਗੀ, ਇੱਕ ਨਵਾਂ ਯੁੱਗ ਜਿਹੜਾ ਹੈ ਪੰਜਾਬ ਦਾ, ਇੱਕ ਨਵਾਂ ਯੁੱਗ ਜਨਵਰੀ 2021 ਦੇ ਵਿੱਚ ਸ਼ੁਰੂ ਹੋਣਾ ਚਾਹੀਦਾ ਹੈ, ਤਾਂ ਜੋ ਅਸੀਂ ਨਵੇਂ ਵਿਕਾਸ ਅਸੀਂ ਤੁਸੀਂ ਬਹੁਤ ਅੱਛੇ ਢੰਗ ਨਾਲ ਸਾਨੂੰ ਦੱਸਿਆ ਜੀ ਸਾਡੇ ਦਰਸ਼ਕਾਂ ਨੂੰ ਕਿ ਇਸ ਵੇਲੇ ਅਸਲ 'ਚ ਤੁਸੀਂ ਅਕਾਲੀ ਦਲ ਦੇ ਸਾਰੇ ਧੜਿਆਂ ਦੇ ਅੱਗੇ ਇੱਕ ਚੁਣੌਤੀ ਰੱਖ ਦਿੱਤੀ ਹੈ ਨਵੀਂ ਕਿ 100 ਸਾਲਾਂ ਦੇ ਤੁਸੀਂ ਜਸ਼ਨ ਤੇ ਮਨਾਉਣੇ ਆ, ਲੇਕਿਨ ਉਹ ਜਸ਼ਨ ਤਾਂ ਹੀ ਸਾਬਤ ਹੋਣੇ ਜੇ ਅੱਗੇ ਕੁਝ ਰਣਨੀਤੀ ਘੜ ਪਾਓਗੇ, ਜੇ ਕੋਈ ਏਜੰਡਾ ਸਾਡੇ ਜਨਤਾ ਨੂੰ ਦੇ ਪਾਓਗੇ, ਖਾਸ ਤੌਰ 'ਤੇ ਸਿੱਖੀ ਦੇ ਆਧਾਰ 'ਤੇ ਜਿਹੜਾ ਪੰਜਾਬ ਦਾ ਵਿਕਾਸ। 1922 ਦੇ ਦੇਖੋ ਰਾਜਨੀਤਿਕ ਪ੍ਰੋਬਲਮ ਹੈ ਸੰਧੂ ਜੀ, ਉਹਨਾਂ ਨੇ ਇਲੈਕਸ਼ਨ ਦੇਖਣੀ ਹੁੰਦੀਆਂ ਨੇ, ਮਤਲਬ ਰਾਜਨੀਤਿਕ ਤਾਂ ਹਨ ਪੈਦਾ ਸਾਡੇ ਪੰਥ ਕੋਲ, ਲੇਕਿਨ ਸਟੇਟਸਮੈਨ ਨਹੀਂ ਹੈਗੇ ਜੀ, ਨੀਤੀਵਾਨ ਨਹੀਂ ਹੈਗੇ ਸਾਡੇ ਜੀ। ਬਿਲਕੁਲ ਜੀ, ਇੱਕ ਵਾਰ ਸਟੇਟਸਮੈਨ ਪੈਦਾ ਹੋ ਜਾਣ ਤੇ ਨਵਾਂ ਏਜੰਡਾ ਆ ਜਾਏ, ਦੇਖੋ ਕਿੱਥੇ ਜਾਂਦਾ ਕਾਲੀ ਰਾਜ। ਬਹੁਤ ਵਧੀਆ ਜੀ, ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅੱਛਾ, ਇਹ ਸੀਗੇ ਜੀ ਸਰਦਾਰ ਹਰਸਿਮਰਨ ਸਿੰਘ ਜੀ, ਜਿਹੜੇ ਕਿ ਉੱਘੇ ਰਾਜਨੀਤਿਕ ਸਲਾਹਕਾਰ ਨੇ ਔਰ ਰਾਜਨੀਤਿਕ ਵਿਸ਼ਲੇਸ਼ਕ ਨੇ, ਔਰ ਇਹਨਾਂ ਦੀ ਗੱਲ ਜਿਹੜੀ ਇੱਕ ਹੋਰ ਬੜੀ ਖੂਬਸੂਰਤ ਹੈ ਕਿ ਇਹ ਜਿੱਥੇ ਸਿੱਖ ਫਿਲਾਸਫੀ ਦੇ ਨਾਲ ਜੁੜੇ ਹੋਏ ਨੇ, ਇਹ 12 ਪੁਸਤਕਾਂ ਜਿਹੜੀਆਂ ਲਿਖ ਚੁੱਕੇ ਨੇ। ਇਹੋ ਜਿਹੀਆਂ ਪੁਸਤਕਾਂ ਨੇ ਜਿਹੜੀਆਂ ਕਿ ਸਿੱਖ ਪੰਥ ਨੂੰ ਇੱਕ ਨਵੀਂ ਜਿਹੜੀ ਦਿਸ਼ਾ ਦੇਣ ਦੀ ਸਮਰੱਥਾ ਰੱਖਦੀਆਂ ਨੇ। ਨੀਤੀ ਸ਼ਾਸਤਰ ਮੇਰਾ ਹੋਣੇ ਆਇਆ। ਹਾਂ ਬਿਲਕੁਲ ਜੀ, ਬਿਲਕੁਲ। ਮਤਲਬ ਖਾਲਸੇ ਨੂੰ ਕਿਹੜੀ ਨੀਤੀ ਅਪਣਾਉਣੀ ਚਾਹੀਦੀ, ਸਿੱਖਾਂ ਦੀ ਕਿਹੜੀ ਰਣਨੀਤੀ ਹੋਣੀ ਚਾਹੀਦੀ, ਕਿਸ ਢੰਗ ਨਾਲ ਅੱਗੇ ਵਧਿਆ ਜਾ ਸਕਦਾ, ਇਹਨਾਂ ਸਾਰੀਆਂ ਦੇ ਉੱਤੇ ਅਸੀਂ ਇਹਨਾਂ ਦੇ ਨਾਲ ਫਿਰ ਵੀ ਇਹਨਾਂ ਦਾ ਕੀਮਤੀ ਸਮਾਂ ਲੈਂਦੇ ਰਹਾਂਗੇ ਔਰ ਇਹੋ ਜਿਹੀ ਵਿਚਾਰ ਚਰਚਾ ਫਿਰ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ। ਜੇ ਸਾਡੀ ਇਹ ਗੱਲਬਾਤ ਪਸੰਦ ਆਈ ਆ, ਸਰਦਾਰ ਹਰਸਿਮਰਨ ਸਿੰਘ ਨੇ ਜੋ ਸਪਸ਼ਟ ਚੁਣੌਤੀ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ, ਅਸੀਂ ਉਮੀਦ ਕਰਦੇ ਹਾਂ ਕਿ ਅਕਾਲੀ ਦਲ ਨੂੰ ਵੀ ਇਹਦੇ ਉੱਤੇ ਮਿਲ ਬੈਠ ਕੇ ਉਹਦੇ ਥਿੰਕ ਟੈਂਕਸ ਨੂੰ ਉਹਨਾਂ ਨੂੰ ਵਿਚਾਰ ਕਰਨਾ ਚਾਹੀਦਾ ਕਿ ਕੀ ਸੱਚਮੁੱਚ ਜੋ ਇਹਨਾਂ ਨੇ ਅੱਜ ਗੱਲ ਉਹਨਾਂ ਅੱਗੇ ਸਵਾਲ ਰੱਖੇ ਨੇ, ਉਹਨਾਂ ਸਵਾਲਾਂ ਦਾ ਉਹਨਾਂ ਕੋਲ ਜਵਾਬ ਹੈ। ਜੇ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਸਾਰਥਕ ਹੋ ਸਕਦਾ, ਜੇ ਇਹਨਾਂ ਦਾ ਜਵਾਬ ਨਹੀਂ ਹੈ ਤੇ ਫਿਰ ਉਮੀਦ ਹੈ ਕਿ ਹਾਲੇ ਤੱਕ ਇਹੀ ਸੋਚਿਆ ਜਾ ਸਕਦਾ ਕਿ ਹਨੇਰੇ ਦੇ ਵਿੱਚ ਹੀ ਅਕਾਲੀ ਸਿਆਸਤ ਵਾਲੇ ਘੁੰਮੀ ਜਾਂਦੀ ਹੈ ਤੇ ਸਿੱਖਾਂ ਵਾਸਤੇ ਵੀ ਕੋਈ ਰੋਸ਼ਨੀ ਦੇਖਣ ਹਾਲੇ ਨਜ਼ਰ ਨਹੀਂ ਆ ਰਹੀ। ਇੱਥੇ ਅਸੀਂ ਗੱਲਬਾਤ ਖਤਮ ਕਰਦੇ ਹਾਂ। ਬਹੁਤ ਬਹੁਤ ਧੰਨਵਾਦ। ਬੋਲੇ ਸੋਨਿਹਾਲ।